ਸ਼ਸਤਰ ਦਾ ਨਾਮ ਹੈ ਨਾਗਣੀ ਵਰਸ਼ਾ। ਇਸ ਪਾਵਨ ਸ਼ਸਤਰ ਦਾ ਨਾਮ ਹੈ ਕਰਪਾ ਬਰਸ਼ਾ। ਗੁਰਮੁਖੋ ਇਸ ਸ਼ਸਤਰ ਦਾ ਨਾਮ ਹੈ ਬੰਦੂਕ। ਗੁਰਮੁਖੋ ਇਸ ਸ਼ਸਤਰ ਦਾ ਨਾਮ ਹੈ ਸੈਫ। ਦੂਸਰਾ ਇਸ ਦਾ ਨਾਮ ਹੈ ਜ਼ੁਲਫਕਾਰ। ਗੁਰਸੰਗਤ ਜੀ ਇਹ ਦੋਨੋਂ ਸ਼ਸਤਰ ਸਤਿਗੁਰਾਂ ਦੇ ਕਮਰ ਕੱਸੇ ਦੇ ਸ਼ਸਤਰ ਨੇ। ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਇਸ ਦਾ ਨਾਮ ਹੈ ਸ਼ਮਸ਼ੀਰੇ ਤੇਗ। ਭਾਈ ਸਾਹਿਬ ਜੀ ਦੇ ਖੱਬੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਇਸ ਦਾ ਨਾਮ ਹੈ ਦਾਹੇ ਅਹਨੀ। ਗੁਰਮੁਖੋ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਹੈ ਉਹ ਪਾਵਨ ਪਵਿੱਤਰ ਦੋ ਧਾਰਾ ਫੌਲਾਦੀ ਖੰਡਾ, ਜਿਸ ਖੰਡੇ ਦੇ ਨਾਲ ਦਸ਼ਮੇਸ਼ ਪਿਤਾ ਜੀ ਨੇ ਪਹਿਲੀ ਵਾਰ ਇਸ ਅਸਥਾਨ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਤੇ ਖਾਲਸਾ ਪ੍ਰਗਟ ਕੀਤਾ। ਪੰਜ ਪਿਆਰੇ ਸਾਜੇ ਸਾਨੂੰ ਸਿੰਘ ਸ਼ਬਦ ਦੀ ਉਪਾਧੀ ਬਖਸ਼ਿਸ਼ ਕੀਤੀ। ਖਾਲਸਾ ਲਕਬ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਔਰ ਪੰਜ ਪਿਆਰੇ ਸਾਹਿਬਾਨ ਪਾਸੋਂ ਸਤਿਗੁਰਾਂ ਨੇ ਆਪ ਵੀ ਅੰਮ੍ਰਿਤਪਾਨ ਕੀਤਾ, ਅੰਮ੍ਰਿਤ ਛਕਿਆ। ਇਹ ਉਹ ਪਾਵਨ ਤੇ ਪਵਿੱਤਰ ਖੰਡਾ ਹੈ। ਭਾਈ ਸਾਹਿਬ ਜੀ ਦੇ ਖੱਬੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਇਸ ਦਾ ਨਾਮ ਹੈ ਕਟਾਰ। ਸਤਿਗੁਰਾਂ ਦੇ ਕਮਰ ਕੱਸੇ ਦਾ ਇਹ ਸ਼ਸਤਰ ਹੈ। ਬਹੁਤ ਹੀ ਤਿੱਖਾ ਤੇਜ਼ ਮਾਰ ਕਰਨ ਵਾਲਾ ਇਹ ਸ਼ਸਤਰ ਹੈ। ਇਹ ਦੋਨੋਂ ਹੀ ਪਾਵਨ ਪਵਿੱਤਰ ਸ਼ਸਤਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਸੁਭਾਇਮਾਨ ਹਨ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਗੁਰਮੁਖੋ ਇਸ ਪਾਵਨ ਸ਼ਸਤਰ ਦਾ ਨਾਮ ਹੈ ਨਾਗਣੀ ਵਰਸ਼ਾ। ਸਤਿਗੁਰਾਂ ਦੇ ਖਜ਼ਾਨੇ ਦਾ ਇਹ ਸ਼ਸਤਰ ਹੈ। ਪਹਾੜੀਆਂ ਨੇ ਬਹੁਤ ਲੰਬਾ ਸਮਾਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰੇ ਪਾਈ ਰੱਖਿਆ। ਆਪਣੀ ਕੋਈ ਵਾਹ ਪੇਸ਼ ਨਾ ਜਾਂਦੀ ਵੇਖ ਕੇ ਪਹਾੜੀਆਂ ਨੇ ਇੱਕ ਮੀਟਿੰਗ ਕੀਤੀ ਕਿ ਇੱਕ ਹਾਥੀ ਨੂੰ ਸ਼ਰਾਬ ਪਿਆ ਕੇ ਉਹਦੀ ਸੁੰਡ ਨਾਲ ਤੇਗ ਧਾਰ ਕਿਰਪਾਨਾਂ ਬੰਨ੍ਹ ਕੇ ਉਹਦੇ ਮੱਥੇ ਤੇ ਫੌਲਾਦੀ ਤਵੀਆਂ ਬੀੜ ਕੇ ਕਿਲ੍ਹਾ ਲੋਹਗੜ੍ਹ ਸਾਹਿਬ ਦਾ ਦਰਵਾਜ਼ਾ ਤੋੜਨ ਵਾਸਤੇ ਭੇਜਿਆ ਜਾਏ। ਗੁਰਮੁਖੋ ਕਿਲ੍ਹਾ ਲੋਹਗੜ੍ਹ ਸਾਹਿਬ ਉਹ ਸਥਾਨ ਹੈ ਜਿੱਥੇ ਦਸ਼ਮੇਸ਼ ਪਿਤਾ ਜੀ ਦਾ ਹਥਿਆਰ ਤਿਆਰ ਕਰਨ ਵਾਲਾ ਕਾਰਖਾਨਾ ਸੀ ਔਰ ਸਤਿਗੁਰੂ ਜੀ ਉੱਥੇ ਹਥਿਆਰ ਜਮ੍ਹਾਂ ਕਰਕੇ ਰੱਖਿਆ ਕਰਦੇ ਸਨ। ਉਹਨਾਂ ਦਾ ਜੋ ਉਹਨਾਂ ਨੇ ਮਤਾ ਕੀਤਾ ਕਿ ਜੇਕਰ ਮਸਤ ਹਾਥੀ ਕਿਲ੍ਹੇ ਦੇ ਦਰਵਾਜ਼ੇ ਨੂੰ ਜਾ ਕੇ ਟੱਕਰ ਮਾਰੇਗਾ, ਦਰਵਾਜ਼ਾ ਟੁੱਟ ਜਾਏਗਾ, ਹਾਥੀ ਸਮੇਤ ਫੌਜ ਅੰਦਰ ਜਾ ਕੇ ਕਿਲ੍ਹੇ ਉੱਪਰ ਕਬਜ਼ਾ ਕਰ ਲਏਗੀ, ਜਾਂ ਤਾਂ ਅਸੀਂ ਦਸਮ ਪਾਤਸ਼ਾਹ ਜੀ ਨੂੰ ਜਿਉਂਦੇ ਗ੍ਰਿਫਤਾਰ ਕਰਾਂਗੇ ਅਤੇ ਜਾਂ ਉਹਨਾਂ ਨੂੰ ਸ਼ਹੀਦ ਕਰਕੇ ਇਸ ਪੂਰੇ ਸ਼ਹਿਰ ਦੇ ਉੱਪਰ ਕਬਜ਼ਾ ਕਰ ਲਵਾਂਗੇ। ਸਤਿਗੁਰਾਂ ਨੂੰ ਔਰ ਗੁਰਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਾ। ਸਿੰਘਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿਰਪਾ ਕਰੋ, ਜੋ ਪਹਾੜੀਆਂ ਨੇ ਮਸਤ ਹਾਥੀ ਸ਼ਰਾਬ ਪਿਆ ਕੇ ਦਰਵਾਜ਼ਾ ਤੋੜਨ ਵਾਸਤੇ ਭੇਜਿਆ ਉਸ ਦਾ ਜਾ ਕੇ ਮੁਕਾਬਲਾ ਕੀਤਾ ਜਾਏ। ਸਤਿਗੁਰਾਂ ਨੇ ਆਪਣੇ ਪਿਆਰੇ ਸਿੱਖ ਭਾਈ ਬਚਿੱਤਰ ਸਿੰਘ ਸਾਹਿਬ ਨੂੰ ਆਪਣੇ ਕੋਲ ਬੁਲਾ ਕੇ ਆਪਣੇ ਖਜ਼ਾਨੇ ਦਾ ਇਹ ਸ਼ਸਤਰ ਨਾਗਣੀ ਵਰਸ਼ਾ ਹੱਥ ਵਿੱਚ ਦੇ ਕੇ ਥਾਪੜਾ ਦੇ ਕੇ ਤੋਰਿਆ। ਭਾਈ ਸਾਹਿਬ ਜੀ ਮੈਦਾਨੇ ਜੰਗ ਵਿੱਚ ਆਏ। ਹਾਥੀ ਦੀ ਸੁੰਡ ਨਾਲ ਬੰਨ੍ਹੀਆਂ ਹੋਈਆਂ ਕਿਰਪਾਨਾਂ ਦੇ ਵਾਰਾਂ ਤੋਂ ਬਚਦੇ ਹੋਏ ਘੋੜੇ ਦੀਆਂ ਰਕਾਬਾਂ ਵਿੱਚ ਖੜੇ ਹੋ ਕੇ ਇੰਨਾ ਜ਼ੋਰਦਾਰ ਵਾਰ ਇਸ ਨਾਗਣੀ ਵਰਸ਼ੇ ਨਾਲ ਹਾਥੀ ਦੇ ਮੱਥੇ 'ਤੇ ਕਰਦੇ ਨੇ ਕਿ ਇਹ ਨਾਗਣੀ ਵਰਸ਼ਾ ਹਾਥੀ ਦੇ ਮੱਥੇ 'ਤੇ ਬੰਨ੍ਹੀਆਂ ਹੋਈਆਂ ਫੌਲਾਦੀ ਤਵੀਆਂ ਨੂੰ ਚੀਰਦਾ ਹੋਇਆ ਅੰਦਰ ਧੱਸ ਜਾਂਦਾ ਹੈ। ਬੜੀ ਫੁਰਤੀ ਨਾਲ ਮਧਾਣੀ ਵਾਂਗੂ ਰੁੜ ਕੇ ਭਾਈ ਸਾਹਿਬ ਵਰਸ਼ੇ ਨੂੰ ਬਾਹਰ ਕੱਢਦੇ ਨੇ। ਹਾਥੀ ਦੇ ਮੱਥੇ ਵਿੱਚੋਂ ਖੂਨ ਦੀਆਂ ਫੁਹਾਰਾਂ ਛੁੱਟਦੀਆਂ। ਹਾਥੀ ਆਪਣੇ ਹੀ ਸਾਥੀਆਂ ਨੂੰ ਕੱਟਦਾ, ਵੱਢਦਾ, ਮਾਰਦਾ, ਲਿਤਾੜਦਾ, ਝੰਗਾੜਦਾ ਹੋਇਆ ਪਿਛਾਂਹ ਨੂੰ ਮੁੜਦਾ ਅਤੇ ਭਾਈ ਬਚਿੱਤਰ ਸਿੰਘ ਸਾਹਿਬ ਫਤਿਹ ਪਾ ਕੇ ਵਾਪਸ ਗੁਰੂ ਚਰਨਾਂ ਵਿੱਚ ਹਾਜ਼ਰ ਹੁੰਦੇ ਨੇ। ਭਾਈ ਸਾਹਿਬ ਜੀ ਦੀ ਬਹਾਦਰੀ ਦੀ ਨਿਸ਼ਾਨੀ ਇਹ ਨਾਗਣੀ ਵਰਸ਼ਾ ਤਖ਼ਤ ਸਾਹਿਬ ਵਿਖੇ ਸੁਭਾਇਮਾਨ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਗੁਰੂ ਸਵਾਰਿਓ ਇਸ ਪਾਵਨ ਸ਼ਸਤਰ ਦਾ ਨਾਮ ਹੈ ਕਰਪਾ ਬਰਸ਼ਾ। ਹੱਥ ਵਰਗਾ ਚੌੜਾ ਹੋਣ ਕਰਕੇ ਇਸ ਨੂੰ ਕਰਪਾ ਬਰਸ਼ਾ ਕਿਹਾ ਜਾਂਦਾ ਹੈ। ਇਸ ਸ਼ਸਤਰ ਦੇ ਨਾਲ ਇਤਿਹਾਸ ਦੀਆਂ ਦੋ ਸਾਖੀਆਂ ਪ੍ਰਸਿੱਧ ਨੇ। ਦਸ਼ਮੇਸ਼ ਪਿਤਾ ਜੀ ਦਾ ਆਨੰਦ ਕਾਰਜ ਮਾਤਾ ਜੀਤੋ ਜੀ ਦੇ ਨਾਲ ਗੁਰੂ ਕੇ ਲਾਹੌਰ ਵਿਖੇ ਹੋਣਾ ਸੀ। ਸਥਾਨਕ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਇੱਥੇ ਪੀਣ ਵਾਲੇ ਪਾਣੀ ਦੀ ਬੜੀ ਭਾਰੀ ਕਿੱਲਤ ਹੈ। ਸਤਿਗੁਰਾਂ ਨੇ ਇਹ ਕਰਪਾ ਬਰਸ਼ਾ ਆਪਣੇ ਹੱਥ ਵਿੱਚ ਲੈ ਕੇ ਧਰਤੀ ਵਿੱਚ 3 ਵੱਖ-ਵੱਖ ਥਾਵਾਂ 'ਤੇ ਮਾਰ ਕੇ ਪੁੱਟਿਆ ਔਰ ਧਰਤੀ ਵਿੱਚੋਂ ਵੱਖ-ਵੱਖ ਥਾਵਾਂ ਤੋਂ 3 ਨਿਰਮਲ ਜਲ ਦੀਆਂ ਧਾਰਾ ਵਹਿ ਤੁਰੀਆਂ। ਸੰਗਤ ਨੇ ਉਸ ਨਿਰਮਲ ਜਲ ਨੂੰ ਛਕਿਆ, ਸ਼ਾਂਤੀ ਪ੍ਰਾਪਤ ਕੀਤੀ ਔਰ ਸਤਿਗੁਰਾਂ ਨੇ ਉਸ ਅਸਥਾਨ ਨੂੰ ਨਾਮ ਦੇ ਦਿੱਤਾ ਤਰਬੈਣੀ ਸਾਹਿਬ। ਇਹ ਅਸਥਾਨ ਗੁਰਦੁਆਰਾ ਗੁਰੂ ਕੇ ਲਾਹੌਰ ਸਾਹਿਬ ਵਿਖੇ ਉਹਦੇ ਬਿਲਕੁਲ ਸਾਹਮਣੇ ਸੁਭਾਇਮਾਨ ਹੈ। ਸੰਗਤ ਉਹਨਾਂ ਅਸਥਾਨਾਂ 'ਤੇ ਦਰਸ਼ਨ ਜ਼ਰੂਰ ਕਰੇ। ਦੂਜੀ ਸਾਖੀ ਇਸ ਵਰਸ਼ੇ ਦੇ ਨਾਲ ਇਹ ਪ੍ਰਸਿੱਧ ਹੈ
ਕਿ ਜਦੋਂ ਪਹਾੜੀਏ ਆਪਣੀ ਹਾਥੀ ਵਾਲੀ ਸਕੀਮ ਵਿੱਚ ਕਾਮਯਾਬ ਨਾ ਹੋਏ, ਰਾਜਿਆਂ ਨੇ ਫਿਰ ਇੱਕ ਮੀਟਿੰਗ ਕੀਤੀ। ਉਸ ਮੀਟਿੰਗ ਵਿੱਚ ਰਾਜਾ ਕੇਸਰੀ ਚੰਦ ਆਪਣੇ ਬਾਕੀ ਰਾਜਿਆਂ ਨੂੰ ਕਹਿੰਦਾ ਕਿ ਇਸ ਵਾਰ ਫੌਜ ਦੀ ਅਗਵਾਈ ਮੈਂ ਕਰਾਂਗਾ, ਮੈਂ ਕਲਗੀਧਰ ਪਾਤਸ਼ਾਹ ਨੂੰ ਜਿਉਂਦਾ ਫੜ ਕੇ ਲਿਆਵਾਂਗਾ ਜਾਂ ਉਹਨਾਂ ਦਾ ਸੀਸ ਧੜ ਤੋਂ ਅਲੱਗ ਕਰਕੇ ਲਿਆਵਾਂਗਾ। ਜੇ ਐਸਾ ਨਾ ਕਰ ਸਕਿਆ ਤੇ ਆਪਣਾ ਮੂੰਹ ਤੁਹਾਨੂੰ ਨਹੀਂ ਵਿਖਾਵਾਂਗਾ। ਸਤਿਗੁਰਾਂ ਨੂੰ ਤੇ ਗੁਰਸਿੱਖਾਂ ਨੂੰ ਪਹਾੜੀਆਂ ਦੀ ਇਸ ਮੀਟਿੰਗ ਦਾ ਪਤਾ ਲੱਗਾ। ਸਤਿਗੁਰਾਂ ਨੇ ਆਪਣੇ ਪਿਆਰੇ ਸਿੱਖ ਭਾਈ ਉਦੈ ਸਿੰਘ ਸਾਹਿਬ ਨੂੰ ਕੋਲ ਬੁਲਾ ਕੇ ਇਹ ਕਰਪਾ ਬਰਸ਼ਾ ਹੱਥ ਵਿੱਚ ਦੇ ਕੇ ਥਾਪੜਾ ਦੇ ਕੇ ਮੈਦਾਨੇ ਜੰਗ ਵੱਲ ਤੋਰਿਆ। ਭਾਈ ਉਦੈ ਸਿੰਘ ਸਾਹਿਬ ਰਾਜੇ ਦੇ ਸਾਹਮਣੇ ਆਉਂਦੇ ਨੇ, ਰਾਜੇ ਦੇ ਨਾਲ ਜੰਗ ਹੁੰਦੀ ਹੈ। ਭਾਈ ਸਾਹਿਬ ਰਾਜੇ ਦੇ ਵਾਰਾਂ ਤੋਂ ਬਚਦੇ ਹੋਏ ਆਪਣੀ ਸ੍ਰੀ ਸਾਹਿਬ ਦਾ ਇੰਨਾ ਭਰਪੂਰ ਵਾਰ ਉਹਦੀ ਗਰਦਨ ਉੱਪਰ ਕਰਦੇ ਨੇ ਕਿ ਉਹਦੀ ਗਰਦਨ ਧੜ ਤੋਂ ਅਲੱਗ ਕਰਕੇ ਇਸ ਕਰਪੇ ਬਰਸ਼ੇ ਦੇ ਉੱਪਰ ਪਰੋ ਕੇ ਪਿਛਾਂਹ ਨੂੰ ਮੁੜਦੇ ਨੇ। ਭਾਈ ਸਾਹਿਬ ਜੀ ਦੇ ਉੱਤੇ ਪਿੱਛੋਂ ਤੀਰਾਂ ਤੇ ਗੋਲੀਆਂ ਦੀ ਵਰਖਾ ਕੀਤੀ ਜਾਂਦੀ ਹੈ। ਕੋਈ ਵੀ ਤੀਰ ਜਾਂ ਗੋਲੀ ਭਾਈ ਸਾਹਿਬ ਨੂੰ ਤੇ ਨਹੀਂ ਲੱਗਦਾ, ਪਰ 2 ਗੋਲੀਆਂ ਇਸ ਕਰਪੇ ਬਰਸ਼ੇ ਉੱਪਰ ਲੱਗਦੀਆਂ ਨੇ। ਇੱਕ ਗੋਲੀ ਦਾ ਨਿਸ਼ਾਨ ਕਰਪੇ ਬਰਸ਼ੇ ਦੇ ਪੱਤੇ ਉੱਤੇ ਮੁਖੀ ਉੱਤੇ ਮੌਜੂਦ ਹੈ, ਆਪ ਦਰਸ਼ਨ ਕਰ ਸਕਦੇ ਹੋ। ਇੱਕ ਗੋਲੀ ਦਾ ਨਿਸ਼ਾਨ ਇਸ ਬਰਸ਼ੇ ਦੇ ਪਿਛਲੇ ਪਾਸੇ ਮੁੱਠੇ ਦੇ ਉੱਤੇ ਮੌਜੂਦ ਹੈ, ਆਪ ਦਰਸ਼ਨ ਕਰ ਸਕਦੇ ਹੋ। ਭਾਈ ਉਦੈ ਸਿੰਘ ਸਾਹਿਬ ਜੀ ਦੀ ਬਹਾਦਰੀ ਦੀ ਇਹ ਨਿਸ਼ਾਨੀ ਕਰਪਾ ਬਰਸ਼ਾ ਤਖਤ ਸਾਹਿਬ ਵਿਖੇ ਸੋਭਾ ਪਾਉਂਦਾ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਗੁਰਮੁਖੋ, ਇਸ ਸ਼ਸਤਰ ਦਾ ਨਾਮ ਹੈ ਬੰਦੂਕ। ਸਤਿਗੁਰਾਂ ਦੇ ਪਿਆਰੇ ਕਿਸੇ ਗੁਰਸਿੱਖ ਨੇ ਤਿਆਰ ਕਰਕੇ ਇਹ ਗੁਰੂ ਸਾਹਿਬ ਨੂੰ ਭੇਟ ਕੀਤੀ। ਇਹਦੀ ਬੈਰਨ ਦੇ ਉੱਪਰ ਉਰਦੂ ਅੱਖਰਾਂ ਵਿੱਚ ਲਿਖਿਆ ਹੋਇਆ ਹੈ, ਕਾਰਖਾਨਾ ਲਾਹੌਰ, ਕਲਗੀਧਰ ਪਾਤਸ਼ਾਹ ਜੀ ਦੀ ਦਸਤੇ ਮੁਬਾਰਕ ਦੀ ਇਹ ਬੰਦੂਕ ਤਖਤ ਸਾਹਿਬ ਵਿਖੇ ਸੁਭਾਇਮਾਨ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਗੁਰਮੁਖੋ, ਇਸ ਸ਼ਸਤਰ ਦਾ ਨਾਮ ਹੈ ਸੈਫ, ਦੂਸਰਾ ਇਸ ਦਾ ਨਾਮ ਹੈ ਜ਼ੁਲਫਕਾਰ। ਇਸਲਾਮ ਧਰਮ ਦਾ ਇਹ ਪੈਗੰਬਰੀ ਸ਼ਸਤਰ ਹੈ। ਹਜ਼ਰਤ ਮੁਹੰਮਦ ਸਾਹਿਬ ਇਸ ਸ਼ਸਤਰ ਨੂੰ ਹਮੇਸ਼ਾ ਆਪਣੇ ਹੱਥਾਂ ਵਿੱਚ ਰੱਖਿਆ ਕਰਦੇ ਸਨ। ਔਰੰਗਜ਼ੇਬ ਬਾਦਸ਼ਾਹ ਮੱਕੇ ਦੀ ਜ਼ਿਆਰਤ ਕਰਨ ਵਾਸਤੇ ਜਾਂਦਾ ਹੈ। ਮੱਕੇ ਦੇ ਖਲੀਫੇ ਇਹ ਜਾਣ ਕੇ ਇਹ ਸੈਫ ਔਰੰਗਜ਼ੇਬ ਬਾਦਸ਼ਾਹ ਨੂੰ ਭੇਟ ਕਰਦੇ ਨੇ ਕਿ ਔਰੰਗਜ਼ੇਬ ਨੇ ਹਿੰਦੁਸਤਾਨ ਵਿੱਚ ਇਸਲਾਮ ਦੇ ਵਾਧੇ ਵਾਸਤੇ ਬਹੁਤ ਕੰਮ ਕੀਤਾ ਹੈ। ਔਰੰਗਜ਼ੇਬ ਬਾਦਸ਼ਾਹ ਇਸ ਸੈਫ ਨੂੰ ਆਗਰੇ ਸਥਿਤ ਆਪਣੇ ਤੋਸ਼ੇਖਾਨੇ ਵਿੱਚ ਲਿਆ ਕੇ ਰੱਖ ਦਿੰਦਾ ਹੈ। ਉਹਦੀ ਮੌਤ ਹੋ ਜਾਣ ਤੋਂ ਬਾਅਦ ਉਹਦੇ ਪੁੱਤਰਾਂ ਤਾਰਾ ਆਜਮ ਤੇ ਸ਼ਹਿਜ਼ਾਦਾ ਮੁਅੱਜ਼ਮ ਦੇ ਵਿੱਚ ਤਖਤ ਹਾਸਲ ਕਰਨ ਵਾਸਤੇ ਜੰਗ ਹੁੰਦੀ ਹੈ। ਸ਼ਹਿਜ਼ਾਦਾ ਮੁਅੱਜ਼ਮ ਭਾਈ ਆਨੰਦ ਲਾਲ ਸਾਹਿਬ ਜੀ ਦੇ ਰਾਹੀਂ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕਰਦਾ, ਮਹਾਰਾਜ ਜੇਕਰ ਆਪ ਕਿਰਪਾ ਕਰਕੇ ਮੇਰੀ ਜੰਗ ਵਿੱਚ ਸਹਾਇਤਾ ਕਰੋ ਤਾਂ ਮੈਂ ਆਪਣਾ ਹੱਕ ਹਿੰਦੁਸਤਾਨ ਦਾ ਤਖਤ ਹਾਸਲ ਕਰ ਸਕਦਾ ਹਾਂ। ਸਤਿਗੁਰਾਂ ਨੇ ਉਹਦੀ ਬੇਨਤੀ ਨੂੰ ਪ੍ਰਵਾਨ ਕੀਤਾ, ਉਹਦੀ ਜੰਗ ਵਿੱਚ ਸਹਾਇਤਾ ਕੀਤੀ। ਉਹ ਜੰਗ ਜਿੱਤ ਜਾਂਦਾ ਹੈ। ਆਪਣੀ ਤਾਜਪੋਸ਼ੀ ਸਮਾਗਮ ਸਮੇਂ ਜਿੱਥੇ ਹੋਰ ਰਾਜੇ ਮਹਾਰਾਜੇ ਸੱਦ ਹੈ, ਪੀਰ ਫਕੀਰ ਸੱਦ ਹੈ, ਉੱਥੇ ਬੜੇ ਅਦਬ ਸਹਿਤ ਸਤਿਗੁਰਾਂ ਨੂੰ ਬੇਨਤੀ ਕਰਦਾ, ਮਹਾਰਾਜ ਤੁਹਾਡੀ ਕਿਰਪਾ ਸਦਕਾ ਮੈਂ ਹਿੰਦੁਸਤਾਨ ਦਾ ਤਖਤ ਹਾਸਲ ਕਰ ਸਕਿਆ ਹਾਂ, ਆਪ ਜੀ ਮੇਰੇ ਤਾਜਪੋਸ਼ੀ ਸਮਾਗਮ ਵਿੱਚ ਜ਼ਰੂਰ ਪਧਾਰੋ। ਸਤਿਗੁਰੂ ਉਹਦੀ ਬੇਨਤੀ ਨੂੰ ਪ੍ਰਵਾਨ ਕਰਕੇ ਆਗਰੇ ਉਹਦੇ ਤਾਜਪੋਸ਼ੀ ਸਮਾਗਮ ਵਿੱਚ ਜਾਂਦੇ ਨੇ। ਬੜੇ ਅਦਬ ਸਹਿਤ ਸਤਿਗੁਰਾਂ ਨੂੰ ਉੱਚੀ ਥਾਂ 'ਤੇ ਬਿਠਾਉਂਦਾ ਹੈ। ਸਮਾਗਮ ਤੋਂ ਬਾਅਦ ਜਿੱਥੇ ਹੋਰ ਕੀਮਤੀ ਵਸਤੂਆਂ ਗੁਰੂ ਸਾਹਿਬ ਨੂੰ ਭੇਟ ਕਰਦਾ ਹੈ, ਉੱਥੇ ਆਪਣਾ ਇਹ ਪੈਗੰਬਰੀ ਸ਼ਾਸਤਰ ਗੁਰੂ ਸਾਹਿਬ ਨੂੰ ਇਹ ਕਹਿ ਕੇ ਭੇਟ ਕਰਦਾ ਕਿ ਸਤਿਗੁਰੂ ਜੀ ਇਹ ਇਸਲਾਮ ਧਰਮ ਦਾ ਪੈਗੰਬਰੀ ਸ਼ਾਸਤਰ ਹੈ ਔਰ ਇਹ ਸ਼ਾਸਤਰ ਆਪ ਜੈਸੇ ਪੈਗੰਬਰਾਂ ਦੇ ਹੱਥਾਂ ਵਿੱਚ ਹੀ ਸ਼ੋਭਦਾ ਹੈ। ਇਸ ਵੇਲੇ ਸੰਸਾਰ ਵਿੱਚ ਤੁਹਾਡੇ ਤੋਂ ਵੱਡਾ ਹੋਰ ਕੋਈ ਵੀ ਪੈਗੰਬਰ ਨਹੀਂ, ਆਪ ਜੀ ਕਿਰਪਾ ਕਰਕੇ ਕਬੂਲ ਫਰਮਾਓ। ਸਤਿਗੁਰਾਂ ਨੇ ਉਹਦੀ ਦਿੱਤੀ ਹੋਈ ਇਹ ਭੇਟ, ਬਹਾਦਰ ਸ਼ਾਹ ਦੀ ਦਿੱਤੀ ਹੋਈ ਇਹ ਭੇਟ ਸਵੀਕਾਰ ਕੀਤੀ। ਉਦੋਂ ਤੋਂ ਲੈ ਕੇ ਇਹ ਸੈਫ ਖਾਲਸਾ ਪੰਥ ਦੇ ਪਾਸ ਹੈ ਔਰ ਬੜੇ ਅਦਬ ਸਹਿਤ ਤਖਤ ਸਾਹਿਬ ਵਿਖੇ ਸੁਭਾਇਮਾਨ ਕੀਤੀ ਹੋਈ ਹੈ। ਇਹਦੇ ਉੱਪਰ ਕੁਰਾਨ ਦੀਆਂ ਕੁਝ ਆਇਤਾਂ ਲਿਖੀਆਂ ਹੋਈਆਂ ਨੇ ਔਰ ਇਸਲਾਮ ਧਰਮ ਦਾ ਚੰਦ ਅਤੇ ਤਾਰੇ ਦਾ ਨਿਸ਼ਾਨ ਇਸ ਸੈਫ ਦੇ ਉੱਪਰ ਮੌਜੂਦ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਗੁਰਸੰਗਤ ਜੀ, ਇਹ ਦੋਨੋਂ ਸ਼ਸਤਰ ਸਤਿਗੁਰਾਂ ਦੇ ਕਮਰ ਕੱਸੇ ਦੇ ਸ਼ਸਤਰ ਨੇ। ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਇਸ ਦਾ ਨਾਮ ਹੈ ਸ਼ਮਸ਼ੀਰੇ ਤੇਗ। ਦੁਸ਼ਮਣ ਜੋ ਆਪਣੇ ਸਰੀਰ ਉੱਪਰ ਲੋਹੇ ਦੀਆਂ ਤਾਰਾਂ ਦਾ ਬਣਿਆ ਹੋਇਆ ਕੋਟ, ਜਿਸ ਨੂੰ ਆਪਾਂ ਸੰਜੋ ਆਖਦੇ ਹਾਂ, ਉਹ ਪਹਿਨ ਕੇ ਰੱਖਦਾ ਹੈ। ਸਤਿਗੁਰੂ ਜੀ ਇਹ ਸ਼ਮਸ਼ੀਰੇ ਤੇਗ ਦੇ ਨਾਲ ਦੁਸ਼ਮਣ ਦੇ ਸਰੀਰ ਉੱਪਰ ਵਾਰ ਕਰਦੇ
ਇਹ ਸ਼ਮਸ਼ੀਰੇ ਤੇਗ ਲੋਹੇ ਦੀ ਸੰਜੋਰ ਨੂੰ ਕੱਟ ਕੇ ਦੁਸ਼ਮਣ ਦੇ ਅੰਦਰ ਧੱਸ ਕੇ ਤੇ ਉਹਨੂੰ ਸਦਾ ਦੀ ਨੀਂਦ ਸੁਆਂਦਿਆ ਕਰਦੀ ਸੀ। ਇਸ ਦਾ ਨਾਮ ਹੈ ਸ਼ਮਸ਼ੀਰੇ ਤੇਗ। ਭਾਈ ਸਾਹਿਬ ਜੀ ਦੇ ਖੱਬੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਇਸ ਦਾ ਨਾਮ ਹੈ ਦਾਹੇ ਅਹਨੀ। ਦੁਸ਼ਮਣ ਜੋ ਆਪਣੇ ਸਿਰ ਉੱਤੇ ਲੋਹੇ ਦਾ ਟੋਪ ਪਾ ਕੇ ਰੱਖਦਾ ਹੈ, ਸਤਿਗੁਰੂ ਜੀ ਇਹ ਸ਼ਸਤਰ ਦੇ ਨਾਲ ਦੁਸ਼ਮਣ ਦੇ ਸਿਰ ਉੱਤੇ ਵਾਰ ਕਰਦੇ। ਇਹ ਦਾਹੇ ਅਹਨੀ ਦੁਸ਼ਮਣ ਦੇ ਸਿਰ ਉੱਤੇ ਪਾਏ ਹੋਏ ਲੋਹੇ ਦੇ ਟੋਪ ਨੂੰ ਕੱਟ ਕੇ ਸਿਰ ਦੇ ਅੰਦਰ ਧੱਸ ਕੇ ਤੇ ਉਹਨੂੰ ਸਦਾ ਦੀ ਨੀਂਦ ਸੁਆਂਦਿਆ ਕਰਦੀ ਸੀ। ਸਤਿਗੁਰਾਂ ਦੇ ਕਮਰ ਕੱਸੇ ਦੇ ਇਹ ਦੋਨੋਂ ਸ਼ਸਤਰ ਸ਼ਮਸ਼ੀਰੇ ਤੇਗ ਅਤੇ ਦਾਹੇ ਅਹਨੀ ਤਖਤ ਸਾਹਿਬ ਵਿਖੇ ਸੁਭਾਇਮਾਨ ਹਨ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਗੁਰਮੁਖੋ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਇਸ ਦਾ ਨਾਮ ਹੈ ਚੱਕਰ। ਇਹ ਸੁਨਹਿਰੀ ਚੱਕਰ ਕਿਸੇ ਗੁਰੂ ਕੇ ਪਿਆਰੇ ਸਿੱਖ ਨੇ ਤਿਆਰ ਕਰਕੇ ਇਹਦੇ ਉੱਪਰ ਜਪਜੀ ਸਾਹਿਬ ਜੀ ਦੀ ਬਾਣੀ ਦੀਆਂ 22 ਪੌੜੀਆਂ ਉੱਕਰ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਭੇਟ ਕੀਤਾ। ਸਤਿਗੁਰਾਂ ਨੇ ਸ਼ਸਤਰ ਔਰ ਗੁਰਬਾਣੀ ਦਾ ਅਦਬ ਕਰਦਿਆਂ ਹੋਇਆ ਇਸ ਚੱਕਰ ਨੂੰ ਆਪਣੇ ਸੀਸ ਤੇ ਸਜਾਏ ਹੋਏ ਦੁਮਾਲੇ ਦੇ ਉੱਤੇ ਸੁਸ਼ੋਭਿਤ ਕੀਤਾ, ਜੋ ਸਾਨੂੰ ਸਭ ਨੂੰ ਇਹ ਸਿੱਖਿਆ ਦਿੰਦਾ ਹੈ ਕਿ ਹਰ ਇੱਕ ਸਿੱਖ ਵਾਸਤੇ ਸ਼ਸਤਰ ਦਾ ਔਰ ਗੁਰਬਾਣੀ ਦਾ ਕਿੰਨਾ ਕੁ ਅਦਬ ਕਰਨਾ ਚਾਹੀਦਾ ਹੈ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ, ਜਿਨ ਭੈ ਅਦਬ ਨ ਬਾਣੀ ਧਾਰਾ, ਜਾਣੋ ਸੋ ਸਿੱਖ ਨਾਹੇ ਹਮਾਰਾ। ਜਿਹੜਾ ਗੁਰੂ ਕੀ ਬਾਣੀ ਦਾ ਅਦਬ ਨਹੀਂ ਕਰਦਾ, ਸਤਿਗੁਰੂ ਜੀ ਕਹਿੰਦੇ ਉਹ ਸਾਡਾ ਸਿੱਖ ਨਹੀਂ ਹੋ ਸਕਦਾ। ਇਸ ਕਰਕੇ ਹਰ ਇੱਕ ਸਿੱਖ ਨੂੰ ਗੁਰਬਾਣੀ ਔਰ ਸ਼ਸਤਰ ਦਾ ਵੱਧ ਤੋਂ ਵੱਧ ਸਨਮਾਨ ਕਰਨਾ ਚਾਹੀਦਾ ਹੈ। ਇਹ ਪਾਵਨ ਪਵਿੱਤਰ ਚੱਕਰ ਤਖਤ ਸਾਹਿਬ ਵਿਖੇ ਸੋਭਾ ਪਾਉਂਦਾ ਹੈ। ਭਾਈ ਸਾਹਿਬ ਜੀ ਦੇ ਖੱਬੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਇਸ ਦਾ ਨਾਮ ਹੈ ਢਾਲ। ਗੈਂਡੇ ਦੀ ਖਲ ਦੀ ਬਣੀ ਹੋਈ ਇਹ ਢਾਲ ਹੈ, 350 ਸਾਲ ਤੋਂ ਜ਼ਿਆਦਾ ਪੁਰਾਣੀ ਹੈ, ਅੱਜ ਵੀ ਬਹੁਤ ਵਧੀਆ ਹਾਲਤ ਵਿੱਚ ਹੈ। ਉਸ ਵਕਤ ਦਾ ਕੋਈ ਵੀ ਸ਼ਸਤਰ ਇਸ ਢਾਲ ਦੇ ਉੱਪਰ ਕੱਟ ਨਹੀਂ ਸੀ ਕਰ ਸਕਦਾ। ਸਤਿਗੁਰਾਂ ਦੇ ਇਹ ਦੋਨੋਂ ਸ਼ਸਤਰ ਤਖਤ ਸਾਹਿਬ ਵਿਖੇ ਸੁਭਾਇਮਾਨ ਹਨ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਗੁਰਮੁਖੋ ਇਹ ਦੋਨੋਂ ਸ਼ਸਤਰ ਵਰਸ਼ਾ ਅਤੇ ਵਰਸ਼ੀ ਦਸ਼ਮੇਸ਼ ਪਿਤਾ ਜੀ ਦੇ ਹਨ। ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਇਸ ਦਾ ਨਾਮ ਹੈ ਵਰਸ਼ਾ। ਖੱਬੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਇਸ ਦਾ ਨਾਮ ਹੈ ਵਰਸ਼ੀ। ਸੱਜੇ ਹੱਥ ਵਾਲਾ ਸ਼ਸਤਰ ਹਾਥੀ ਉੱਤੇ ਅਸਵਾਰ ਹੋ ਕੇ ਜੰਗ ਵਿੱਚ ਚਲਾਉਣ ਦੇ ਕੰਮ ਆਉਂਦਾ ਹੈ। ਖੱਬੇ ਹੱਥ ਵਾਲਾ ਸ਼ਸਤਰ ਵਰਸ਼ੀ ਇਹ ਘੋੜੇ ਤੇ ਅਸਵਾਰ ਹੋ ਕੇ ਜੰਗ ਵਿੱਚ ਵਰਤਿਆ ਜਾਂਦਾ ਹੈ, ਜਾਂ ਹੱਥੋਂ ਚਲਾ ਕੇ ਵੀ ਦੁਸ਼ਮਣ ਉੱਤੇ ਹਮਲਾ ਕੀਤਾ ਜਾ ਸਕਦਾ ਹੈ। ਸਤਿਗੁਰਾਂ ਦੇ ਇਹ ਦੋਨੋਂ ਸ਼ਸਤਰ ਵਰਸ਼ਾ ਅਤੇ ਵਰਸ਼ੀ ਤਖਤ ਸਾਹਿਬ ਵਿਖੇ ਸੁਭਾਇਮਾਨ ਹਨ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। मेरी सदा को दबाना तो मुमकिन है, बदलते जमाने की रफ्तार कौन रोकेगा। फसीलो आतशो अहं बहुत बुलंद सही हयात की ललकार कौन रोकेगा। मेरे ख्यालों की परवाज को रोकने वालों हरगोबिंद की तलवार कौन रोकेगा। गुरमुखो ਇਹ ਪਾਵਨ ਪਵਿੱਤਰ ਤੇਗਾ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਹੈ। ਮੇਰੀ ਪੀਰੀ ਦੇ ਮਾਲਕ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਤਖਤ ਉੱਤੇ ਬਿਰਾਜਮਾਨ ਹੋ ਕੇ ਮੇਰੀ ਅਤੇ ਪੀਰੀ ਦੀਆਂ 2 ਕਿਰਪਾਨਾਂ ਧਾਰਨ ਕੀਤੀਆਂ ਔਰ ਸਮੁੱਚੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ। ਉਸ ਵਕਤ ਮਹਾਨ ਬ੍ਰਹਮ ਗਿਆਨੀ ਆਦਿ ਸਿੱਖ ਸਿੱਖੀ ਦੇ ਕੁਤਬੀ ਸਤਾਰੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਮਹਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਸ਼ਾਂ ਨੇ ਵੀ ਆਪਣੇ ਗਾਤਰੇ ਕਿਰਪਾਨ ਧਾਰਨ ਕੀਤੀ। ਸਤਿਗੁਰਾਂ ਨੇ ਸਮੁੱਚੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਸਾਰੇ ਗੁਰਸਿੱਖ ਜਿਹੜੇ ਨੇ ਉਹ ਸ਼ਸਤਰਧਾਰੀ ਹੋਣ ਔਰ ਸਤਿਗੁਰਾਂ ਨੇ ਸਿੱਖਾਂ ਨੂੰ ਜਥੇਬੰਦਕ ਰੂਪ ਵਿੱਚ ਇਕੱਤਰ ਕੀਤਾ। ਮੇਰੇ ਪੀਰ ਦੇ ਮਾਲਕ ਦੀ ਇਹ ਪਾਵਨ ਨਿਸ਼ਾਨੀ ਤੇਗਾ ਤਖਤ ਸਾਹਿਬ ਵਿਖੇ ਸੁਭਾਇਮਾਨ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, 1 2 ਨਹੀਂ ਪਰਖ ਲੈ 100 ਤੇਗਾਂ। ਮੈਂ ਤੇ ਜੰਮਦਿਆਂ ਤੇਗਾਂ ਦੀ ਸ਼ਾਨ ਮਾਣੀ, ਮੇਰੇ ਸਾਹਵੇਂ ਨਹੀਂ ਸਕਦੀਆਂ ਹੋ ਤੇਗਾਂ। ਮੇਰੇ ਪਿਤਾ ਦੀ ਅਣਖ ਤੇ ਵੀਰਤਾ ਤੇਰੇ ਹਾ ਪਰਖਦਾ, ਤੇਰਾ ਪਿਓ ਤੇਗਾਂ ਹੁਣ ਵੀ ਵੇਖ ਲਈ ਆਉਂਦੇ ਭਵਿੱਖ ਅੰਦਰ। ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਤੇਰੀਆਂ ਲਵੇਗੀ ਲੱਖਾਂ ਹੀ ਖੋਹ ਤੇਗਾਂ। ਸਤਿ ਸ੍ਰੀ ਅਕਾਲ।
ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜੀ ਸ੍ਰੀ ਸਾਹਿਬ ਹੈ ਇਹ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ੍ਰੀ ਸਾਹਿਬ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਿਤਾ ਗੁਰਦੇਵ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਸਹਾਇਤਾ ਕਰਦਿਆਂ ਹੋਇਆਂ ਕਰਤਾਰਪੁਰ ਸਾਹਿਬ ਦੀ ਜੰਗ ਕੀਤੀ। ਸਤਿਗੁਰਾਂ ਦੇ ਜੰਗ ਵਿੱਚ ਜੌਹਰ ਦੇਖ ਕੇ ਮੀਰੀ ਪੀਰੀ ਦੇ ਮਾਲਕ ਨੇ ਤੇਗ ਬਹਾਦਰ ਦਾ ਲਕਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤਾ। ਇਸ ਦੇ ਉੱਪਰ ਲਿਖਿਆ ਹੋਇਆ ਹੈ ਸਤਿ ਸ਼੍ਰੀ ਅਕਾਲ ਤੇਗ ਬਹਾਦਰ ਸੰਮਤ 1713। ਭਾਈ ਸਾਹਿਬ ਜੀ ਦੇ ਖੱਬੇ ਹੱਥ ਵਿੱਚ ਜਿਹੜੀ ਸ੍ਰੀ ਸਾਹਿਬ ਹੈ ਇਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਸ੍ਰੀ ਸਾਹਿਬ ਹੈ। ਇਹਦੇ ਉੱਪਰ ਲਿਖਿਆ ਹੋਇਆ ਹੈ ਸ਼੍ਰੀ ਭਗਉਤੀ ਜੀ ਸਹਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ 10। ਦੂਜੇ ਪਾਸੇ ਵੀ ਲਿਖਿਆ ਹੋਇਆ ਹੈ ਪਾਤਸ਼ਾਹੀ 10। ਨੌਵੇਂ ਪਾਤਸ਼ਾਹ ਦੀ ਅਤੇ 10ਵੇਂ ਪਾਤਸ਼ਾਹ ਜੀ ਦੀਆਂ ਇਹ ਦੋਨੋਂ ਸ੍ਰੀ ਸਾਹਿਬ ਤਖਤ ਸਾਹਿਬ ਵਿਖੇ ਸੁਭਾਇਮਾਨ ਹਨ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਗੁਰੂ ਸਵਾਰਿਓ ਇਹ ਦੋਨੋਂ ਸ੍ਰੀ ਸਾਹਿਬ ਦਸ਼ਮੇਸ਼ ਪਿਤਾ ਜੀ ਦੀਆਂ ਗਾਤਰੇ ਦੀਆਂ ਸ੍ਰੀ ਸਾਹਿਬ ਹਨ। ਸੱਜੇ ਹੱਥ ਵਾਲੀ ਸ੍ਰੀ ਸਾਹਿਬ ਉੱਪਰ ਲਿਖਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਕੇ ਕਮਰ ਕੀ ਤਲਵਾਰ ਹੈਗੀ ਵਧੇ ਦੇਗ ਤੇ ਜਾਂ ਤੇਗ ਤੇ। ਕਬਜੇ ਉੱਪਰ ਲਿਖਿਆ ਹੋਇਆ ਹੈ ਗੁਰੂ ਨਾਨਕ ਸਰਬ ਸਿੱਖਾਂ ਨੂੰ ਸਹਾਏ। ਖੱਬੇ ਹੱਥ ਵਾਲੀ ਸ੍ਰੀ ਸਾਹਿਬ ਵੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਸ੍ਰੀ ਸਾਹਿਬ ਹੈ। ਸਤਿਗੁਰਾਂ ਦੇ ਗਾਤਰੇ ਦੀਆਂ ਇਹ ਦੋਨੋਂ ਸ੍ਰੀ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਭਾਇਮਾਨ ਹਨ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਦਸਤੇ ਮੁਬਾਰਕ ਦਾ ਇਹ ਸ਼ਸਤਰ ਹੈ ਜਿਸ ਦਾ ਨਾਮ ਹੈ ਭਾਲਾ। ਸਤਿਗੁਰੂ ਜੀ ਜਦ ਟਹਿਲਣ ਜਾਇਆ ਕਰਦੇ ਸਨ ਤਾਂ ਇਸ ਭਾਲੇ ਨੂੰ ਆਪਣੇ ਹੱਥਾਂ ਵਿੱਚ ਰੱਖਿਆ ਕਰਦੇ ਸਨ। ਗਾਹੇ ਬਗਾਹੇ ਰਸਤੇ ਵਿੱਚ ਕੋਈ ਦੁਸ਼ਮਣ ਕਿਤੇ ਹੱਲਾ ਕਰ ਦਿੰਦਾ ਤੇ ਸਤਿਗੁਰੂ ਜੀ ਇਸ ਭਾਲੇ ਨਾਲ ਦੁਸ਼ਮਣ ਨੂੰ ਪਾਰ ਬੁਲਾ ਦਿਆ ਕਰਦੇ ਸਨ। ਇਸ ਭਾਲੇ ਦੇ ਬਾਰੇ ਇਹ ਪ੍ਰਸਿੱਧ ਹੈ ਕਿ ਜੇਕਰ ਕੋਈ ਬਾਜੂਆਂ 'ਚ ਤਾਕਤ ਵਾਲਾ ਇਸ ਭਾਲੇ ਨੂੰ ਆਪਣੇ ਹੱਥ ਵਿੱਚ ਲੈ ਕੇ ਕੰਧ ਵਿੱਚ ਵੀ ਮਾਰੇ ਤੇ ਇਹ ਫੌਲਾਦੀ ਭਾਲਾ ਕੰਧ ਵਿੱਚੋਂ ਵੀ ਪਾਰ ਹੋ ਸਕਦਾ ਹੈ। ਗੁਰੂ ਸਵਾਰਿਓ ਜਦੋਂ ਆਪ ਜੀ ਤਖਤ ਸਾਹਿਬ ਉੱਪਰ ਦਰਸ਼ਨ ਕਰਨ ਜਾਓਗੇ, ਦਰਸ਼ਨ ਕਰਨ ਤੋਂ ਬਾਅਦ ਪਰਿਕਰਮਾ ਕਰੋਗੇ ਤੇ ਸ਼ੀਸ਼ੇ ਦੇ ਅੰਦਰੋਂ ਸਾਹਮਣੇ ਬਿਲਕੁਲ ਤੱਕੋਗੇ, ਤੁਹਾਨੂੰ ਇੱਕ ਬਾਕਸ ਲੱਗਾ ਹੋਇਆ ਨਜ਼ਰ ਆਏਗਾ। ਉਸ ਬਾਕਸ ਦੇ ਅੰਦਰ ਮੀਰੀ ਪੀਰੀ ਦੇ ਮਾਲਕ ਦਾ ਘੋੜੇ ਨੂੰ ਹੱਕਣ ਵਾਲਾ ਚਾਬੁਕ ਔਰ ਦਸਮ ਪਾਤਸ਼ਾਹ ਜੀ ਦੇ 5 ਕਾਨੀ ਵਾਲੇ ਤੀਰ, ਇੱਕ ਸਰਬਲੋਹ ਦਾ ਤੀਰ, ਇੱਕ 3.5 ਇੰਚ ਛੋਟੀ ਕਿਰਪਾਨ ਜੋ ਦਸ਼ਮੇਸ਼ ਪਿਤਾ ਜੀ ਆਪਣੇ ਸੀਸ ਉੱਤੇ ਸਜਾਇਆ ਕਰਦੇ ਸਨ, ਆਪ ਦਰਸ਼ਨ ਕਰੋਗੇ। ਪਰਿਕਰਮਾ ਕਰਕੇ ਜਦੋਂ ਆਪ ਜੀ ਦੂਜੇ ਪਾਸੇ ਜਾਓਗੇ ਤਾਂ ਸ਼ੀਸ਼ੇ ਦੇ ਬਿਲਕੁਲ ਨਾਲ ਇੱਕ ਬਾਕਸ ਲੱਗਾ ਹੋਇਆ ਤੱਕੋਗੇ। ਉਸ ਬਾਕਸ ਦੇ ਸਭ ਤੋਂ ਉੱਪਰਲੇ ਖਾਨੇ ਵਿੱਚ ਦਸਮ ਪਾਤਸ਼ਾਹ ਜੀ ਦੀ ਹੱਥ ਲਿਖਤ ਪੋਥੀ ਜਿਸ ਦੇ 300 ਅੰਗ ਹਨ ਗੁਰਬਾਣੀ ਦੀ ਪੋਥੀ ਸੁਭਾਇਮਾਨ ਹੈ। ਵਿਚਕਾਰਲੇ ਖਾਨੇ ਵਿੱਚ ਦਸਮ ਪਾਤਸ਼ਾਹ ਜੀ ਦਾ ਸਰੀਰ ਉੱਪਰ ਧਾਰਨ ਕਰਨ ਵਾਲਾ ਚੋਲਾ ਆਪ ਦਰਸ਼ਨ ਕਰੋਗੇ ਔਰ ਸਭ ਤੋਂ ਹੇਠਾਂ ਗੁਰਮੁਖੋ ਕਲਗੀਧਰ ਪਾਤਸ਼ਾਹ ਦੇ ਮੂਹੇ ਮੁਬਾਰਕ ਭਾਵ ਸਤਿਗੁਰਾਂ ਦੇ ਪਾਵਨ ਕੇਸ ਅਤੇ ਕੰਘਾ ਆਪ ਦਰਸ਼ਨ ਕਰ ਸਕਦੇ ਹੋ। ਗੁਰਮੁਖੋ ਇਹ ਉਹ ਪਾਵਨ ਪਵਿੱਤਰ ਕੰਘਾ ਅਤੇ ਕੇਸ ਹਨ ਜੋ ਦਸਮ ਪਾਤਸ਼ਾਹ ਜੀ ਨੇ ਪੀਰ ਬੁੱਧੂ ਸ਼ਾਹ ਦੀ ਝੋਲੀ ਵਿੱਚ ਬਖਸ਼ਿਸ਼ ਪਾਈ ਸੀ। ਭੰਗਾਣੀ ਦੀ ਜੰਗ ਤੋਂ ਬਾਅਦ ਪੀਰ ਬੁੱਧੂ ਸ਼ਾਹ ਕਲਗੀਧਰ ਪਾਤਸ਼ਾਹ ਕੋਲ ਜਾ ਕੇ ਬੇਨਤੀ ਕਰਦਾ ਕਿ ਮਹਾਰਾਜ ਜੇਕਰ ਆਪ ਜੀ ਦਾ ਹੁਕਮ ਹੋਵੇ ਤਾਂ ਨਗਰ ਨੂੰ ਜਾ ਸਕਦੇ ਹਾਂ, ਜੰਗ ਦੀ ਸਮਾਪਤੀ ਹੋ ਚੁੱਕੀ ਹੈ। ਉਸ ਵਕਤ ਇਤਿਹਾਸ ਕਹਿੰਦਾ ਕਿ ਕਲਗੀਧਰ ਪਾਤਸ਼ਾਹ ਆਪਣੇ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਸਨ। ਸਤਿਗੁਰੂ ਕਹਿਣ ਲੱਗੇ ਪੀਰ ਜੀ ਤੁਸੀਂ ਸਾਡੀ ਜੰਗ ਵਿੱਚ ਸਹਾਇਤਾ ਕੀਤੀ ਹੈ, ਤੁਹਾਡੇ ਭਰਾ ਸ਼ਹੀਦ ਹੋਏ, ਤੁਹਾਡੇ ਪੁੱਤਰ ਸ਼ਹੀਦ ਹੋ ਗਏ, ਤੁਹਾਡੇ ਮੁਰੀਦ ਸ਼ਹੀਦ ਹੋ ਗਏ, ਦੱਸੋ ਤੁਹਾਡੀ ਝੋਲੀ ਵਿੱਚ ਕੀ ਪਾਈਏ, ਤੁਹਾਨੂੰ ਕੀ ਦੇਈਏ। ਉਸ ਮੁਸਲਮਾਨ ਫਕੀਰ ਪੀਰ ਬੁੱਧੂ ਸ਼ਾਹ ਨੇ ਹੱਥ ਜੋੜ ਕੇ ਗੁਰੂ ਚਰਨਾਂ ਵਿੱਚ ਝੋਲੀ ਫੈਲਾ ਕੇ ਬੇਨਤੀ ਕੀਤੀ, ਮਹਾਰਾਜ ਜੇਕਰ ਆਪ ਜੀ ਕਿਰਪਾ ਕਰਨ ਲੱਗੇ ਹੋ ਤਾਂ ਇਸ ਗਰੀਬ ਦੀ ਝੋਲੀ ਵਿੱਚ ਆਪਣੇ ਇਹ ਮੂਹੇ ਮੁਬਾਰਕ, ਆਪਣੇ ਇਹ ਕੇਸ ਅਤੇ ਕੰਘਾ ਬਖਸ਼ਿਸ਼ ਪਾ ਦਿਓ। ਦਸ਼ਮੇਸ਼ ਪਿਤਾ ਜੀ ਨੇ ਜਿਹੜੇ ਟੁੱਟ ਕੇ ਕੇਸ ਕੰਘੇ ਵਿੱਚ ਆ ਚੁੱਕੇ ਸਨ, ਕੰਘਾ ਕਰਦਿਆਂ ਹੋਇਆ ਉਹ ਕੇਸ ਕੰਘੇ ਦੇ ਸਮੇਤ ਔਰ ਆਪਣੀ ਇੱਕ ਦਸਤਾਰ ਪੀਰ ਬੁੱਧੂ ਸ਼ਾਹ ਦੀ ਝੋਲੀ ਵਿੱਚ ਪਾਈ। ਪੀਰ ਬੁੱਧੂ ਸ਼ਾਹ ਜੀ ਇਹ ਬਖਸ਼ਿਸ਼ਾਂ ਲੈ ਕੇ ਆਪਣੇ ਨਗਰ ਸਢੌਰੇ ਵਿੱਚ ਚਲੇ ਗਏ। ਅੱਗੇ ਉਹਨਾਂ ਦੀ ਪਤਨੀ, ਉਹਨਾਂ ਦੀ ਬੇਗਮ ਨਸੀਰਾਂ ਰਸਤਾ ਉਡੀਕਦੀ ਹੈ, ਦਰਵਾਜ਼ੇ ਅੱਗੇ ਖੜੀ ਹੈ। ਪੀਰ ਜੀ ਆਪਣੀ ਹਵੇਲੀ ਦੇ ਆਪਣੇ ਘਰ ਦੇ ਅੰਦਰ ਲੰਘ ਗਏ, 2 ਪੁੱਤਰ ਲੰਘ ਗਏ, ਬਚੇ ਹੋਏ ਮੁਰੀਦ ਲੰਘ ਗਏ।
ਤੇ ਬੇਗਮ ਨਸੀਰਾਂ ਹਾਲੇ ਵੀ ਬਾਹਰ ਖੜੀ ਰਸਤਾ ਵੇਖੀ ਜਾਂਦੀ ਹੈ। ਅੰਦਰੋਂ ਪੀਰ ਬੁੱਧੂ ਸ਼ਾਹ ਕਹਿੰਦੇ ਬੇਗਮ ਅੰਦਰ ਆ ਜਾਓ। ਬੇਗਮ ਨਸੀਰਾਂ ਕਹਿਣ ਲੱਗੇ ਪੀਰ ਜੀ ਘਰੋਂ ਗਏ ਸੋ ਤੇ 4 ਪੁੱਤ ਲੈ ਕੇ ਗਏ ਸੋ, ਆਇਓ ਤੇ ਪੁੱਤ 2 ਨੇ, 2 ਕਿੱਥੇ ਨੇ? ਤੇ ਪੀਰ ਬੁੱਧੂ ਸ਼ਾਹ ਨੇ ਆਪਣੀ ਉਹ ਝੋਲੀ ਜਿਸ ਵਿੱਚ ਗੁਰੂ ਸਾਹਿਬ ਜੀ ਦੇ ਮੂਏ ਮੁਬਾਰਕ ਕੇਸ ਅਤੇ ਕੰਘਾ ਸੀ ਉਹ ਫੈਲਾ ਕੇ ਆਪਣੀ ਬੇਗਮ ਨਸੀਰਾਂ ਨੂੰ ਕਹਿਣ ਲੱਗੇ ਦੇਖ ਬੇਗਮ, ਮੈਂ ਅੱਜ ਤੇਰੇ ਪੁੱਤਰਾਂ ਦੇ ਬਦਲੇ ਆਪਣੇ ਮਹਿਬੂਬ ਦੀਆਂ ਜ਼ੁਲਫਾਂ ਬਖਸ਼ਿਸ਼ ਲੈ ਕੇ ਆਇਆ। ਤੇਰੇ 2 ਪੁੱਤ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਪ੍ਰਵਾਨ ਚੜ੍ਹ ਗਏ ਨੇ। ਤੇਰੇ 2 ਪੁੱਤਰ ਭੰਗਾਣੀ ਦੀ ਜੰਗ ਵਿੱਚ ਸ਼ਹੀਦੇ ਪਾ ਗਏ ਨੇ। ਬੇਗਮ ਨਸੀਰਾਂ ਰੋਣ ਲੱਗ ਪਈ। ਪੀਰ ਜੀ ਕਹਿਣ ਲੱਗੇ ਬੇਗਮ ਰੋ ਨਾ, ਤੇਰੇ ਪੁੱਤ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਅੱਲਾਹ ਦੀ ਦਰਗਾਹ ਵਿੱਚ ਪ੍ਰਵਾਨ ਹੋਏ ਨੇ। ਬੇਗਮ ਨਸੀਰਾਂ ਅੰਦਰ ਲੰਘ ਕੇ ਕੰਧ ਨਾਲ ਢਾਸਣਾ ਲਾ ਕੇ ਇਤਿਹਾਸ ਕਹਿੰਦਾ ਬਹਿ ਗਈ। ਉਂਗਲਾ ਆਇਆ, ਨੀਂਦ ਆਈ। ਕਲਗੀਧਰ ਪਾਤਸ਼ਾਹ ਪ੍ਰਗਟ ਹੋ ਕੇ ਹਾਜ਼ਰ ਹੋ ਕੇ ਕਹਿੰਦੇ ਬੇਟਾ ਰੋ ਨਾ, ਤੇਰੇ 2 ਪੁੱਤ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੋਏ ਨੇ। ਕਹਿੰਦੇ ਥੋੜ੍ਹੀ ਜਿਹੀ ਅੱਖ ਖੁੱਲੀ ਤੇ ਬੇਗਮ ਨਸੀਰਾਂ ਫੇਰ ਰੋਣ ਲੱਗ ਪਈ। ਪੀਰ ਜੀ ਫੇਰ ਸਮਝਾਉਂਦੇ ਨੇ। ਬੇਗਮ ਨਸੀਰਾਂ ਕਹਿਣ ਲੱਗੇ ਪੀਰ ਜੀ ਮੈਂ ਇਸ ਕਰਕੇ ਨਹੀਂ ਰੋਂਦੀ ਕਿ ਤੁਸੀਂ ਮੇਰੇ 2 ਪੁੱਤ ਸ਼ਹੀਦ ਕਰਵਾ ਆਏ, ਮੈਂ ਤੇ ਇਸ ਕਰਕੇ ਰੋਂਦੀ ਹਾਂ ਜਿਹੜੇ 2 ਬੱਚੇ ਨੇ ਇਹ ਵੀ ਸ਼ਹੀਦ ਹੋ ਜਾਂਦੇ ਤੇ ਮੇਰੇ ਇਹ 2 ਪੁੱਤ ਵੀ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਚੜ੍ਹ ਜਾਂਦੇ। पीर जी कहने लगे देख बेगम आज फिर हसन हुसैन का लहू तौहीद के गुलिस्तान का पहरेदार बन गया। देख बेगम मेरे नसीब कितना काम कर गए कि आज गुरु गोबिंद मेरा यार बन गया। किसी दे नाल गुरमुख मित्रता पाउणी होवे ते कोई आदान प्रदान करना पैंदा है। पीर बुद्धू शाह जी ने अपने 2 पुत कुर्बान करके अपने 2 भरा शहीद करवा के अपने मुरीद शहीद करवा के ते कलगीधर पातशाह दे कोलों बख्शिश विच मंगिया। कलगीधर पातशाह जी दे पावन केस अते कंघा माफ़ करो जेकर कोई अज वर्गा सिख हुंदा वो कोई राज भाग मंगदा, कोई देशां प्रदेशां दा राज मंगदा, धीआं पुत्तर मंगदा, जमीन जायदाद मंगदा, शहादत दा मुल मंगदा। पर धन है वो मुसलमान फकीर पीर बुद्धू शाह जिन्हें अपने पुत कुर्बान करके ते कलगीधर पातशाह तो उन्हां दे पावन केस अपनी झोली विच पवाए, क्योंकि वो जानदा सी कलगीधर पातशाह दे केसां दी कीमत। भाई साहब भाई नंद लाल जी कृपा करते हैं दीन दुनिया दरक मंदे आ परी रुखसारे मां हर दो आलम कीमत यक तार मूए यारे मां कि सतगुरु मैं तेरे केसां दी एक एक लट तो एक एक मूए मुबारक तो अपने दोनों जहान ही कुर्बान कर दियां। वो पीर बुद्धू शाह जानदा कलगीधर पातशाह की बख्शिश केसां की कीमत की है। और कहते कि 1947 की वंड तो बाद एक जथा भारत तो पाकिस्तान दर्शन करने वास्ते गया। पीर बुद्धू शाह जी के परिवार को जाके उत्थे मिलता है कि देखदा कि पीर बुद्धू शाह जी के परिवार जिहड़ा वंशज ने उन्होंने अपने केस साबत सूरत रखे हुए ने, सिर के केस भी साबत, लबा भी साबत, दाड़ा भी साबत। तर्क किया कि तुसी ते मुसलमान हो, तुसी अपने केस क्यों नहीं कट्टे, तुसी लवां क्यों नहीं कट्टियां। वो पीर बुद्धू शाह जी के वंशज जिहड़े सानू कहण लगे कि साडे बजुर्गां ने अपने पुत कुर्बान करके ते कलगीधर पातशाह को सिੱਖੀ बख्शिश विच लई है, तुहानू मुफ्त विच मिली है, तुसी केसां दी बेअदबी करदे फिरदे हो। गुरमुखो सानू ये सिੱਖਿਆ लैनी चाहिदी है कि कलगीधर पातशाह दे केसां दी की कीमत है। तुसीं अज केसगढ़ साहिब ते आए हो, सतगुरां ने इस पावन अस्थान का नाम रखा है केसगढ़। कंघागढ़, कृपानगढ़, कड़ागढ़ नहीं रखा, केसगढ़ रखा क्योंकि केस सिरमौर ने और केस गुरु की मोहर ने। जो साडे वीर साडे बच्चे केसां दी बेअदबी करते हैं उन्हां नूं बेनती है कि अज केसगढ़ ते आए हो, कलगीधर पातशाह दे चरनां विच प्रण करके जाओ, अरदास करके जाओ कि अज तो बाद कदे अपने केसां दी बेअदबी नहीं करांगे। जिन्हां ने खंडे बाटे दी गुरमुख पाहुल छकी है वडभागे ने, जिन्हां ने खंडे बाटे दी पाहुल नहीं छकी, अमृत नहीं छकिया, उन्हां नूं बेनती है कि खंडे बाटे दा अमृत छक के गुरु वाले बन के अपना जीवन सफला करो। खालसे दा एक कौमी त्यौहार जो दशमेश पिता जी ने अपने प्यारे खालसे नूं बख्शिश कीता है, बहुत ही चढ़दी कला विच समुचा खालसा पंथ तख्त श्री केसगढ़ साहिब श्री आनंदपुर साहिब जी विखे इस पावन त्यौहार नूं मना रहा है। सोशल साइटां ते सोशल मीडिया ते
ਸਿੱਖ ਪੰਥ ਦੇ ਇਸ ਕੌਮੀ ਤਿਉਹਾਰ ਦੇ ਖਿਲਾਫ ਇੱਕ ਬਹੁਤ ਭੰਡੀ ਪ੍ਰਚਾਰ, ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਤਖ਼ਤ ਸਾਹਿਬ ਤੇ ਜਾਣ ਵਾਸਤੇ ਕੋਵਿਡ ਟੈਸਟ ਜ਼ਰੂਰੀ ਹੈ, 72 ਘੰਟੇ ਦੀ ਰਿਪੋਰਟ ਜ਼ਰੂਰੀ ਹੈ। ਇਤਿਹਾਦਕ ਵਹਿਮ ਭਰਮ ਸੋਸ਼ਲ ਸਾਈਟਾਂ ਤੇ ਫੈਲਾਏ ਜਾ ਰਹੇ ਨੇ। ਮੈਂ ਸਮੁੱਚੇ ਖਾਲਸਾ ਪੰਥ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇਹ ਬੇਨਤੀ ਕਰਦਾ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਰੁਕਾਵਟ ਪ੍ਰਸ਼ਾਸਨ ਵੱਲੋਂ ਨਹੀਂ ਪਾਈ ਜਾ ਰਹੀ। ਕਿਸੇ ਪ੍ਰਕਾਰ ਦਾ ਕੋਈ ਵੀ ਟੈਸਟ, ਕਰੋਨਾ ਟੈਸਟ ਵਗੈਰਾ, ਸੈਂਪਲ ਵਗੈਰਾ ਕਿਤੇ ਵੀ ਨਹੀਂ ਲਾਇਆ ਜਾ ਰਿਹਾ, ਕੋਈ ਟੈਸਟ ਨਹੀਂ ਕੀਤਾ ਜਾ ਰਿਹਾ। ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਦੁਪਹਿਰ 12 ਵਜੇ 29 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਨਗਾਰਿਆਂ ਤੇ ਚੋਟਾਂ ਲਾ ਕੇ ਮਹੱਲੇ ਦੀ ਰਮਤਾ ਕੀਤੀ ਜਾਣੀ ਹੈ। ਵੱਧ ਚੜ੍ਹ ਕੇ ਖਾਲਸਾ ਪੰਥ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਪਹੁੰਚੇ, ਕਿਉਂਕਿ ਗੁਰੂ ਸਾਹਿਬ ਦਾ ਬਚਨ ਹੈ ਕਿ ਜਦੋਂ ਹੋਲੇ ਮਹੱਲੇ ਦੇ ਤਿਉਹਾਰ ਤੇ ਖਾਲਸਾ ਪੰਥ ਇੱਥੇ ਇਕੱਤਰ ਹੋਇਆ ਕਰੇਗਾ, ਉਸ ਖਾਲਸਾ ਪੰਥ ਦੇ ਅੰਦਰ ਅਸੀਂ ਆਪ ਵਿਚਰਿਆ ਕਰਾਂਗੇ। ਸੋ ਖਾਲਸਾ ਜੀ, ਦਸ਼ਮੇਸ਼ ਪਿਤਾ ਜੀ ਦੇ ਸਾਜੇ ਹੋਏ ਖਾਲਸੇ ਦੇ ਦਰਸ਼ਨ ਕਰਨ ਵਾਸਤੇ ਸਰਬੱਤ ਖਾਲਸਾ ਪੰਥ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਕੱਲ੍ਹ ਦੇ ਮਹੱਲੇ ਦੇ ਸਮਾਗਮਾਂ ਵਿੱਚ ਜ਼ਰੂਰ ਹੀ ਸ਼ਮੂਲੀਅਤ ਕਰੇ। ਸ਼ਮੂਲੀਅਤ ਕਰਕੇ, ਦਰਸ਼ਨ ਕਰਕੇ, ਹਾਜ਼ਰੀ ਭਰ ਕੇ ਆਪਾਂ ਆਪਣਾ ਜੀਵਨ ਸਫਲ ਕਰਨ ਦਾ ਯਤਨ ਕਰੀਏ। ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ 'ਤੇ ਆਈਆਂ ਹੋਈਆਂ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਮੁੱਚੀ ਮੈਨੇਜਮੈਂਟ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਜੀ ਆਇਆਂ। ਆਪ ਸੰਗਤ ਦਾ ਇੱਕ ਇੱਕ ਚੱਲਿਆ ਹੋਇਆ ਕਦਮ ਸਾਡੇ ਸਾਰਿਆਂ ਦੇ ਸਿਰ ਮਸਤਕ ਤੇ ਹੈ। ਸਤਿਗੁਰੂ ਰਹਿਮਤ ਕਰਨ, ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਦੀ ਪ੍ਰੀਤ ਅਤੇ ਪ੍ਰਤੀਤ ਬਖਸ਼ਿਸ਼ ਕਰਨ। ਸਿੱਖੀ ਸਿਦਕ ਭਰੋਸਾ ਨਾਮਦਾਨ ਦੀ ਬਖਸ਼ਿਸ਼ ਕਰਨ। ਭੁੱਲਾਂ ਚੁੱਕਾਂ ਦੀ ਸਾਰੀ ਸੰਗਤ ਖਿਮਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਦੋ ਤਾਰੀ ਫੁਲਾਦੀ ਖੰਡੇ ਦੇ ਨਾਲ ਸਤਿਗੁਰਾਂ ਨੇ ਇਸ ਸਥਾਨ ਤੇ ਸਭ ਤੋਂ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਕੀਤਾ ਸੀ। ਹਿੰਦੁਸਤਾਨ ਦੀਆਂ ਵਿਗੜੀਆਂ ਹੋਈਆਂ ਤਕਦੀਰਾਂ ਨੂੰ ਬਦਲਿਆ। ਆਓ ਖਾਲਸਾ ਜੀ ਉਸ ਦੋ ਧਾਰੀ ਫੁਲਾਦੀ ਖੰਡੇ ਦੇ ਅਤੇ ਬਾਕੀ ਸ਼ਾਸਤਰਾਂ ਦੇ ਦਰਸ਼ਨ ਦੀਦਾਰੇ ਕਰੀਏ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਖਾਲਸਾ ਜੀਓ, ਇਹ ਜੋ ਭਾਈ ਸਾਹਿਬ ਜੀ ਦੇ ਸੱਜੇ ਹੱਥ ਦੇ ਵਿੱਚ ਪਕੜਿਆ ਹੋਇਆ ਸ਼ਸਤਰ ਹੈ, ਇਹ ਉਹ ਦੋ ਤਾਰੀ ਫੁਲਾਦੀ ਖੰਡਾ ਹੈ ਜਿਹਦੀ ਸੋਹ ਤੋਂ ਖਾਲਸੇ ਪੰਥ ਦੀ ਸਾਜਨਾ ਕੀਤੀ। ਪੰਜ ਪਿਆਰੇ ਸਾਹਿਬਾਨ ਸਾਜੇ। ਇਸੇ ਖੰਡੇ ਦੀ ਪਹੁਲ ਗਰੀਬ ਨਵਾਜ਼ ਸਾਹਿਬ ਜੀ ਨੇ ਆਪ ਪ੍ਰਾਪਤ ਕੀਤੀ। ਜਿਹੜੇ ਲੋਕ ਇਹ ਗੱਲ ਕਹਿੰਦੇ ਸਨ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੱਡੇ ਤੋਂ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ, ਉਹਨਾਂ ਦੇ ਅੰਦਰ ਸਤਿਗੁਰਾਂ ਨੇ ਸਾਹਸ ਪੈਦਾ ਕੀਤਾ। ਇੱਕ ਇੱਕ ਸਿੰਘ ਨੂੰ ਸਵਾ ਲੱਖ ਦੇ ਨਾਲ ਲੜਾਉਣਾ ਕੀਤਾ, ਜਿਸ ਦੀ ਗਵਾਹੀ ਚਮਕੌਰ ਦੀ ਗੜੀ ਭਰਦੀ ਹੈ। ਇਹ ਉਹ ਦੋ ਤਾਰੀ ਫੁਲਾਦੀ ਖੰਡਾ ਹੈ ਜਿਹਦੇ ਨਾਲ ਸਤਿਗੁਰੂ ਜੀ ਨੇ ਹਿੰਦੁਸਤਾਨ ਦੀਆਂ ਵਿਗੜੀਆਂ ਹੋਈਆਂ ਤਕਦੀਰਾਂ ਨੂੰ ਬਦਲਿਆ। ਦੂਸਰੇ ਸ਼ਸਤਰ ਦਾ ਨਾਮ ਹੈ ਕਟਾਰ। ਇਹ ਸਤਿਗੁਰਾਂ ਦੇ ਕਮਰ ਕਸੇ ਦਾ ਸ਼ਸਤਰ ਹੈ। ਹੱਥੋਂ ਹੱਥ ਲੜਾਈ ਸਮੇਂ ਜਾਂ ਸ਼ੇਰ ਦਾ ਸ਼ਿਕਾਰ ਖੇਡਣ ਸਮੇਂ ਇਸ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਦੋਵੇਂ ਸ਼ਸਤਰ ਤਖਤ ਸਾਹਿਬ ਵਿਖੇ ਸ਼ੋਭਾ ਪਾ ਰਹੇ ਨੇ, ਪਵਿੱਤਰ ਖੰਡਾ ਅਤੇ ਕਟਾਰ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਖਾਲਸਾ ਜੀਓ, ਸ਼ਾਸਤਰ ਦਾ ਨਾਮ ਹੈ ਨਾਗਣੀ ਵਰਸਾ। ਜਿਹੋ ਜੀ ਇਸ ਦੀ ਬਣਤਰ ਹੈ, ਉਹ ਜਿਹਾ ਨਾਮ ਸਤਿਗੁਰਾਂ ਨੇ ਤਜਵੀਜ਼ ਕੀਤਾ। ਸਤਿਗੁਰਾਂ ਦੇ ਅਸਲੇ ਖਾਨੇ ਵਿੱਚੋਂ ਘੜਿਆ ਹੋਇਆ ਸ਼ਾਸਤਰ ਕਿਲ੍ਹਾ ਲੋਹਗੜ੍ਹ ਦੇ ਅੰਦਰ ਗਰੀਬ ਨਵਾਜ਼ ਸਾਹਿਬ ਜੀ ਦਾ ਸ਼ਾਸਤਰ ਬਣਾਉਣ ਵਾਲਾ ਕਾਰਖਾਨਾ ਸੀ। ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਨੂੰ ਲੰਮਾ ਸਮਾਂ ਘੇਰਾ ਪਾਈ ਰੱਖਿਆ। ਜਦੋਂ ਇਹਨਾਂ ਨੂੰ ਮੁਹਿੰਮ ਸਰ ਹੁੰਦੀ ਨਾ ਦਿਸੀ ਤੇ ਆਖੀਰ ਇਹਨਾਂ ਪਹਾੜੀ ਰਾਜਿਆਂ ਨੇ ਇੱਕ ਵਿਉਂਤ ਬਣਾਈ। ਹਾਥੀ ਨੂੰ ਸ਼ਰਾਬ ਪਿਲਾ, ਮੱਥੇ ਤੇ ਪਲਾਦ ਦੀਆਂ ਤਵੀਆਂ ਬੰਨੀਆਂ, ਬਹੁਤ ਸਾਰੀ ਫੌਜ ਪਿੱਛੇ ਲਾਉਣਾ ਕੀਤੀ ਕਿ ਹਾਥੀ ਕਿਲ੍ਹਾ ਲੋਹਗੜ੍ਹ ਦੇ ਸਖਤ ਦਰਵਾਜ਼ੇ ਦੇ ਵਿੱਚ ਟੱਕਰ ਮਾਰੇਗਾ, ਦਰਵਾਜ਼ਾ ਟੁੱਟ ਜਾਏਗਾ। ਜੋ ਅੰਦਰ ਥੋੜੇ ਬਹੁਤੇ ਸਿੰਘ ਨੇ ਉਹਨਾਂ ਨੂੰ ਅਸੀਂ ਹੱਥੋਂ ਹੱਥੀ ਫੜ ਕੇ ਖਤਮ ਕਰ ਦੇਵਾਂਗੇ, ਕਿਲ੍ਹੇ ਦੇ ਉੱਪਰ ਕਾਬਜ਼ ਹੋ ਜਾਵਾਂਗੇ। ਇਸ ਵਿਚਾਰ ਦਾ ਪਤਾ ਲੱਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸ਼ਾਮਾਂ ਦੇ ਦੀਵਾਨ ਦੇ ਅੰਦਰ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਚਨ ਕੀਤੇ, ਕੀ ਹੋਇਆ ਜੇ ਪਹਾੜੀਆਂ ਦਾ ਹਾਥੀ ਗੁਰੂ ਘਰ ਤੇ ਚੜ੍ਹਾਈ ਕਰਕੇ ਆ ਰਿਹਾ ਹੈ, ਪਹਾੜੀਆਂ ਦੇ ਆ ਰਹੇ ਹਾਥੀ ਦਾ ਮੁਕਾਬਲਾ ਕਰੇਗਾ ਗੁਰੂ ਘਰ ਦਾ ਹਾਥੀ ਦੁਨੀ ਚੰਦ। ਜਦੋਂ ਦੁਨੀ ਚੰਦ ਨੇ ਆਪਣਾ ਨਾਮ ਸੁਣਿਆ, ਘਬਰਾ ਗਿਆ, ਸਿਦਕ ਤੋਂ ਡੋਲ ਗਿਆ, ਸਤਿਗੁਰਾਂ ਦੇ ਬਚਨਾਂ ਤੇ ਭਰੋਸਾ ਨਾ ਧਾਰਦਾ ਹੋਇਆ ਰਾਤੋਂ ਰਾਤ ਆਪਣੇ ਸਾਥੀਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ
ਕਿਲਾ ਆਨੰਦਗੜ੍ਹ ਦੀ ਕੰਧ ਟੱਪ ਕੇ ਚਲਾ ਗਿਆ। ਡਿੱਗਦਿਆਂ ਦੀ ਲੱਤ ਟੁੱਟ ਗਈ। ਸਾਥੀਆਂ ਨੇ ਚੁੱਕ ਕੇ ਨਗਰ ਮਜੀਠੇ ਪਹੁੰਚਾ ਦਿੱਤਾ। ਉੱਥੇ ਜਾ ਕੇ ਸੱਪ ਲੜ ਕੇ ਦੀ ਮੌਤ ਹੋ ਗਈ। ਸਿਆਣਿਆਂ ਦੇ ਕਥਨ ਨੇ ਮੂਸਾ ਭੱਜਾ ਮੌਤ ਤੋਂ, ਅੱਗੇ ਮੌਤ ਖੜੀ ਵਾਲੀ ਗੱਲ ਬਣੀ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ, ਸਾਹਿਬ ਸੰਕਟ ਵੈ ਸੇਵਕ ਭਜੈ, ਚਿਰੰਕਾਲ ਨਹੀਂ ਜੀਵੈ ਦੋ ਕੁਲ ਲੱਜੈ। ਅੰਮ੍ਰਿਤ ਵੇਲਾ ਹੋਇਆ, ਗੁਰਸਿੱਖਾਂ ਨੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਦੁਨੀ ਚੰਤਾ ਰਾਤ ਦਾ ਫਰਾਰ ਹੋ ਗਿਆ, ਹੁਣ ਕੀ ਵਿਚਾਰ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ, ਖਾਲਸਾ ਜੀ ਕਦੇ ਹਾਥੀ ਦਾ ਮੁਕਾਬਲਾ ਨਹੀਂ ਕਰਦੇ। ਪਹਾੜੀਆਂ ਦੇ ਆ ਰਹੇ ਹਾਥੀ ਦਾ ਮੁਕਾਬਲਾ ਕਰੇਗਾ ਗੁਰੂ ਕਰਦਾ ਬੱਬਰ ਸ਼ੇਰ ਭਾਈ ਬਚਿੱਤਰ ਸਿੰਘ ਜੀ। ਜਦੋਂ ਭਾਈ ਬਚਿੱਤਰ ਸਿੰਘ ਜੀ ਨੇ ਆਪਣਾ ਨਾਮ ਸੁਣਿਆ, ਸੂਰਮੇ ਨੂੰ ਲਾਲੀਆਂ ਚੜੀਆਂ ਡੋਲੇ ਫੜ ਕੇ ਗਰੀਬ ਨਵਾਜ਼ ਸਾਹਿਬ ਜੀ ਦੇ ਚਰਨਾਂ ਵਿੱਚ ਹੱਥ ਜੋੜ ਬੇਨਤੀ ਕੀਤੀ, ਸਤਿਗੁਰੂ ਜੀਓ ਆਪ ਜੀ ਇੱਕ ਹਾਥੀ ਦੀ ਕੀ ਗੱਲ ਕਰਦੇ ਹੋ। ਆਪ ਜੀ ਦੀ ਕਿਰਪਾ ਸਦਕਾ ਮੈਂ ਸੈਂਕੜੇ ਹਾਥੀਆਂ ਨੂੰ ਮਾਰ ਭਜਾ ਸਕਦਾ ਹਾਂ, ਸਾਰੀ ਦੁਨੀਆ ਦੇ ਨਾਲ ਲੋਹਾ ਲੈ ਸਕਦਾ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਬਚਿੱਤਰ ਸਿੰਘ ਜੀ ਦੇ ਉੱਪਰ ਬਖਸ਼ਿਸ਼ ਕੀਤੀ। ਇਹ ਨਾਗਣੀ ਵਰਸਾ ਬਖਸ਼ਿਆ, ਇਹਦੇ ਚਲਾਉਣ ਦਾ ਢੰਗ ਦੱਸਿਆ। ਸਤਿਗੁਰਾਂ ਦੇ ਕੋਲੋਂ ਬਖਸ਼ਿਸ਼ ਪ੍ਰਾਪਤ ਕਰਕੇ ਭਾਈ ਬਚਿੱਤਰ ਸਿੰਘ ਜੀ ਨੇ ਕਿਲਾ ਲੋਹਗੜ੍ਹ ਦਾ ਮੈਦਾਨ ਮਿਲਿਆ। ਉਧਰੋਂ ਪਹਾੜੀਆਂ ਦਾ ਮਦ ਮਸਤ ਹਾਥੀ ਮਾਰੋ ਮਾਰ ਕਰਦਾ ਹੋਇਆ ਅੱਗੇ ਵੱਧ ਰਿਹਾ ਸੀ। ਜਦੋਂ ਭਾਈ ਬਚਿੱਤਰ ਸਿੰਘ ਜੀ ਨੇ ਹਾਥੀ ਨੂੰ ਆਪਣੀ ਮਾਰ ਥੱਲੇ ਵੇਖਿਆ, ਘੋੜੇ ਦੀਆਂ ਦੋਨਾਂ ਰਕਾਬਾਂ ਦੇ ਵਿੱਚ ਪੈਰ ਰੱਖ ਕੇ ਇਸ ਨਾਗਣੀ ਵਰਸੇ ਦਾ ਐਸਾ ਤੇਜ਼ ਭਰਪੂਰ ਵਾਰ ਕੀਤਾ, ਹਾਥੀ ਦੇ ਮੱਥੇ ਉੱਪਰ ਬੰਨੀਆਂ ਹੋਈਆਂ ਤਵੀਆਂ ਨੂੰ ਚੀਰਦਾ ਹੋਇਆ ਇਹ 2 ਫੁੱਟ 9 ਇੰਚ ਨਾਗ ਵਰਗਾ ਫਲ ਸਾਰੇ ਦਾ ਸਾਰਾ ਹਾਥੀ ਦੇ ਮੱਥੇ ਵਿੱਚ ਧਸਾ ਦਿੱਤਾ। ਭਾਈ ਸਾਹਿਬ ਜੀ ਨੇ ਬੜੀ ਫੁਰਤੀ ਦੇ ਨਾਲ ਮਧਾਣੀ ਦੀ ਤਰ੍ਹਾਂ ਰਿੜ ਕੇ ਪੁੱਟਿਆ, ਪੁੱਟਣ ਤੇ ਖੂਨ ਦੇ ਪਹਾਰੇ ਪੁੱਟੇ। ਹਾਥੀ ਚੀਕਾ ਮਾਰਦਾ ਪਿਛਾਂਹ ਨੂੰ ਭੱਜਿਆ, ਆਪਣੀਆਂ ਫੌਜਾਂ ਦਾ ਨੁਕਸਾਨ ਕੀਤਾ। ਭਾਈ ਬਚਿੱਤਰ ਸਿੰਘ ਦੀ ਜਿੱਤ ਹੋਈ, ਪਹਾੜੀਆਂ ਦੀ ਹਾਰ ਹੋਈ। ਭਾਈ ਬਚਿੱਤਰ ਸਿੰਘ ਦੀ ਜਿੱਤ ਦੀ ਨਿਸ਼ਾਨੀ ਨਾਗਣੀ ਵਰਸਾ ਤਖਤ ਸਾਹਿਬ ਵਿਖੇ ਸੋਭਾ ਪਾ ਰਿਹਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਖਾਲਸਾ ਜੀ ਉਹ ਸ਼ਾਸਤਰ ਦਾ ਨਾਮ ਹੈ ਕਰਪਾ ਵਰਸਾ। ਇਸ ਦੇ ਨਾਲ 2 ਸਾਖੀਆਂ ਪ੍ਰਸਿੱਧ ਨੇ। ਪਹਿਲੀ ਸਾਖੀ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜਦੋਂ ਆਨੰਦ ਕਾਰ ਸਾਡੇ ਪੂਜਨੀਕ ਮਾਤਾ ਅਜੀਤ ਕੌਰ ਜੀ ਦੇ ਨਾਲ ਗੁਰੂ ਕੇ ਲਾਹੌਰ ਸਨ, ਉੱਥੇ ਪਾਣੀ ਦੀ ਬੜੀ ਘਾਟ ਸੀ। ਜੋ ਪਾਣੀ ਸੀ ਹੈ ਤੇਲੀਆ ਸੀ, ਖਾਰਾ ਸੀ, ਪੀਣ ਦੇ ਯੋਗ ਨਹੀਂ ਸੀ। ਸਿੱਖ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਇਸ ਕਰਪੇ ਵਰਸ ਨੂੰ ਆਪਣੇ ਕਰ ਕਮਲਾਂ ਵਿੱਚ ਲੈ ਕੇ 3 ਵਾਰ ਧਰਤੀ ਦੇ ਵਿੱਚ ਮਾਰਿਆ। ਪੁੱਟਣ ਤੇ 3 ਧਾਰਾਂ ਨਿਰਮਲ ਜਲ ਦੀਆਂ ਵਹੀਆਂ। ਸਿੱਖ ਸੰਗਤਾਂ ਨੇ ਜਲ ਛਕਿਆ, ਆਨੰਦ ਮਾਣਿਆ, ਨਾਮ ਰੱਖਿਆ ਤ੍ਰਿਵੇਣੀ ਸਾਹਿਬ। ਉੱਥੇ ਹੁਣ ਵੀ ਜਿਉਂਦੀ ਤਿਉਂ 3 ਨਿਰਮਲ ਜਲ ਦੀਆਂ ਧਾਰਾਂ ਵਹਿ ਰਹੀਆਂ ਨੇ। ਗੁਰਦੁਆਰਾ ਤ੍ਰਿਵੇਣੀ ਸਾਹਿਬ ਬਣਿਆ। ਬਸੰਤ ਪੰਚਮੀ ਨੂੰ ਸਤਿਗੁਰਾਂ ਦੇ ਵਿਆਹ ਪੁਰਬ ਸਮੇਂ ਭਾਰੀ ਜੋੜ ਮੇਲਾ ਲੱਗਦਾ ਹੈ। ਦੂਸਰੀ ਸਾਖੀ ਜਦੋਂ ਪਹਾੜੀ ਰਾਜੇ ਕਿਲਾ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਦੇ ਵਿੱਚ ਕਾਮਯਾਬ ਨਾ ਹੋਏ, ਇਹਨਾਂ ਦੇ ਨਾਲ ਇੱਕ ਜਸਵਾਲ ਦਾ ਰਾਜਾ ਕੇਸਰੀ ਚੰਦ ਇਹ ਸਹੁੰ ਖਾ ਕੇ ਆਇਆ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਧੜ ਦੇ ਨਾਲੋਂ ਅਲੱਗ ਕਰਕੇ ਤੁਹਾਡੇ ਕੋਲੇ ਪੇਸ਼ ਕਰਾਂਗਾ। ਜੇ ਐਸਾ ਨਾ ਕਰ ਸਕਿਆ ਪਰਤ ਕੇ ਮੈਂ ਆਪਣਾ ਮੂੰਹ ਨਹੀਂ ਦਿਖਾਵਾਂਗਾ। ਇਹ ਖਬਰ ਮਿਲੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਸਤਿਗੁਰਾਂ ਦੇ ਕੋਲ ਬੈਠੇ ਸਨ ਵੀਰ ਬਹਾਦਰ ਜੋਧੇ ਭਾਈ ਬਚਿੱਤਰ ਸਿੰਘ ਜੀ ਦੇ ਵੱਡੇ ਭਰਾ ਭਾਈ ਉਦੇ ਸਿੰਘ ਜੀ। ਭਾਈ ਉਦੇ ਸਿੰਘ ਜੀ ਨੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀਓ ਜਿਹੜਾ ਪਾਪੀ ਮਨਹੂਸ ਆਦਮੀ ਆਪ ਜੀ ਦੇ ਸੀਸ ਵੱਢਣ ਦੇ ਸੁਪਨੇ ਲੈ ਰਿਹਾ ਹੈ, ਉਸ ਨੂੰ ਸੋਧਾ ਲਾਉਣ ਦੀ ਦਾਸ ਦੀ ਸੇਵਾ ਪ੍ਰਵਾਨ ਕੀਤੀ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਕਰਪਾ ਵਰਸਾ ਭਾਈ ਉਦੇ ਸਿੰਘ ਜੀ ਨੂੰ ਬਖਸ਼ਿਆ। ਭਾਈ ਉਦੇ ਸਿੰਘ ਜੀ ਨੇ ਕਿਲਾ ਲੋਹਗੜ੍ਹ ਦਾ ਮੈਦਾਨ ਮੱਲਿਆ। ਉਧਰੋਂ ਜਸਵਾਲ ਦਾ ਰਾਜਾ ਕੇਸਰੀ ਚੰਦ ਬਹੁਤ ਵੱਡੀ ਫੌਜ ਦੀ ਅਗਵਾਈ ਕਰਦਾ ਹੋਇਆ, ਮਾਰੋ ਮਾਰ ਕਰਦਾ ਹੋਇਆ, ਬੜਾ ਅਹੰਕਾਰੀ ਹੋ ਕਰਕੇ ਅੱਗੇ ਆ ਰਿਹਾ ਸੀ। ਭਾਈ ਉਦੇ ਸਿੰਘ ਜੀ ਨੇ ਕੇਸਰੀ ਚੰਦ ਰਾਜੇ ਨੂੰ ਲਲਕਾਰਿਆ, ਵੰਗਾਰਿਆ। ਕੇਸਰੀ ਚੰਦ ਰਾਜੇ ਨੇ ਭਾਈ ਉਦੇ ਸਿੰਘ ਜੀ ਦੇ ਉੱਪਰ 3 ਵਾਰ ਕੀਤੇ। ਭਾਈ ਸਾਹਿਬ ਜੀ ਨੇ ਆਪਣੇ ਢਾਲੇ ਦੇ ਉੱਪਰ ਰੋਕੇ। ਉਸ ਤੋਂ ਬਾਅਦ ਆਪਣੇ ਤਿੱਖੇ ਤੇਗੇ ਦਾ ਐਸਾ ਤੇਜ਼ ਭਰਪੂਰ ਵਾਰ ਕੀਤਾ, ਕੇਸਰੀ ਚੰਦ ਰਾਜ ਦਾ ਸਿਰ ਵੱਢ ਕੇ ਧਰਤੀ ਦੇ ਉੱਪਰ ਛੁੱਟਿਆ। ਇਸ ਕਰਪੇ ਵਰਸੇ ਦੀ ਨੋਕ ਦੇ ਉੱਪਰ ਟੰਗਿਆ। ਜਦੋਂ ਭਾਈ ਸਾਹਿਬ ਜੀ ਕੇਸਰੀ ਚੰਦ ਰਾਜ ਦਾ ਸਿਰ ਲੈ ਕੇ ਆ ਰਹੇ ਸਨ, ਪਿੱਛੋਂ ਦੁਸ਼ਮਣਾਂ ਨੇ ਗੋਲੀਆਂ ਚਲਾਈਆਂ। ਜੋ 2 ਗੋਲੀਆਂ ਇਸ ਵਰਸੇ ਦੇ ਉੱਪਰ ਆ ਕੇ ਲੱਗੀਆਂ, ਜਿਨ੍ਹਾਂ ਦੇ ਨਿਸ਼ਾਨ ਅੱਜ ਵੀ ਦਿਖਾਈ ਦੇ ਰਹੇ ਨੇ। ਇੱਕ ਗੋਲੀ ਇਸ ਵਰਸੇ ਦੀ ਨੋਕ ਦੇ ਉੱਪਰ ਆ ਕੇ ਲੱਗੀ, ਇੱਕ ਥੱਲੇ ਮੁੱਠੇ ਦੇ ਉੱਪਰ ਆ ਕੇ ਲੱਗੀ। ਭਾਈ ਸਾਹਿਬ ਜੀ ਸਤਿਗੁਰੂ ਦੀ ਕਿਰਪਾ ਸਦਕਾ ਬੜੀ ਬਹਾਦਰੀ ਦੇ ਨਾਲ ਦੁਸ਼ਮਣੀ ਫੌਜ ਦੇ ਘੇਰੇ ਦੇ ਵਿੱਚੋਂ ਕੇਸਰੀ ਚੰਦ ਰਾਜ ਦਾ ਸਿਰ ਲੈ ਕਰਕੇ ਗੁਰੂ ਚਰਨਾਂ ਦੇ ਵਿੱਚ ਭੇਟ ਕੀਤਾ ਤੇ ਨਾਲ ਬੇਨਤੀ ਕੀਤੀ, ਸਤਿਗੁਰੂ ਜੀ ਜਿਹੜਾ ਪਾਪੀ ਮਨਹੂਸ ਆਦਮੀ ਆਪ ਜੀ ਦੇ ਸੀਸ ਵੱਢਣ ਦੇ ਸੁਪਨੇ ਲੈ ਰਿਹਾ ਸੀ, ਉਸ ਦਾ ਵੱਢਿਆ ਹੋਇਆ ਸਿਰ ਆਪ ਜੀ ਦੇ ਚਰਨਾਂ ਵਿੱਚ ਰੁਲ ਰਿਹਾ ਹੈ। ਇਹ ਹੈ ਕਰਪਾ ਵਰਸਾ ਤ੍ਰਿਵੇਣੀ ਨੂੰ ਪ੍ਰਗਟ ਕਰਨ ਵਾਲਾ ਤੇ ਭਾਈ ਉਦੇ ਸਿੰਘ ਦੀ ਬਹਾਦਰੀ ਦਾ ਪ੍ਰਤੀਕ ਤਖਤ ਸਾਹਿਬ ਵਿਖੇ ਸ਼ੋਭਾ ਪਾ ਰਿਹਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਖਾਲਸਾ ਜੀ ਉਹ ਸ਼ਾਸਤਰ ਦਾ ਨਾਮ ਹੈ ਬੰਦੂਕ। ਇਹਦੇ ਬੱਟ ਦੇ ਉੱਪਰ ਉਰਦੂ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਕਾਰਖਾਨਾ ਲਾਹੌਰ, ਜਿਸ ਤੋਂ ਸਿੱਧ ਹੁੰਦੀ ਹੈ ਕਿ ਲਾਹੌਰ ਤੋਂ ਕਿਸੇ ਗੁਰਮੁਖ ਪਿਆਰੇ ਨੇ ਸਤਿਗੁਰਾਂ ਨੂੰ ਪ੍ਰੇਮ ਸਤਿਕਾਰ ਦੇ ਨਾਲ ਭੇਟ ਕੀਤੀ।
ਗਰੀਬ ਨਵਾਜ਼ ਸਾਹਿਬ ਜੀ ਨੇ ਇਸ ਬੰਦੂਕ ਨੂੰ ਕਈਆਂ ਜੰਗਾਂ ਯੁੱਧਾਂ ਦੇ ਵਿੱਚ ਪਰਖਿਆ ਤੇ ਹੁਣ ਤੱਕ ਸਾਹਿਬ ਵਿਖੇ ਸ਼ੋਭਾ ਪਾ ਰਹੀ ਹੈ। ਨਾਮ ਹੈ ਇਸ ਦਾ ਬੰਦੂਕ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਖਾਲਸਾ ਜੀ ਉਹ ਸ਼ਸਤਰ ਦਾ ਨਾਮ ਹੈ ਸੈਫ, ਦੂਸਰਾ ਨਾਮ ਹੈ ਬਾਣਾ। ਅਰਬੀ ਦੇ ਵਿੱਚ ਇਸ ਨੂੰ ਜ਼ੁਲਫਕਾਰ ਕਿਹਾ ਜਾਂਦਾ ਹੈ। ਮੁਸਲਮਾਨਾਂ ਦਾ ਧਾਰਮਿਕ ਪੈਗੰਬਰੀ ਸ਼ਸਤਰ ਹੈ, ਤਕਰੀਬਨ 1450 ਸਾਲ ਪੁਰਾਣਾ। ਹਜ਼ਰਤ ਅਲੀ ਦੇ ਹੱਥਾਂ ਦਾ ਕਰਬਲਾ ਦੇ ਮੈਦਾਨ ਦੇ ਵਿੱਚ ਵਰਤਿਆ ਗਿਆ ਸ਼ਸਤਰ। ਇਸ ਦੇ ਦੋਨਾਂ ਪਾਸੇ ਮੁਸਲਮਾਨਾਂ ਦੇ ਦੀਨੀ ਚਿੰਨ੍ਹ, ਇੱਕ ਪਾਸੇ ਸੂਰਜ ਦਾ, ਦੂਸਰੇ ਪਾਸੇ ਚੰਦਰਮਾ ਤੇ ਤਾਰਿਆਂ ਦੇ ਸੁਨਹਿਰੀ ਚਿੰਨ੍ਹ ਦਿਖਾਈ ਦੇ ਰਹੇ ਨੇ। ਕੁਝ ਕੁਰਾਨ ਦੀਆਂ ਆਇਤਾਂ ਵੀ ਇਹਦੇ ਉੱਪਰ ਲਿਖੀਆਂ ਹੋਈਆਂ ਨੇ। ਮੁਹੰਮਦ ਸਾਹਿਬ ਦੀ ਬੇਟੀ ਦਾ ਨਾਮ ਸੀ ਬੀਬੀ ਫਾਤਮਾ, ਉਸ ਦੇ ਦਮਾਦ ਸਨ ਹਜ਼ਰਤ ਅਲੀ, 2 ਪੁੱਤਰ ਸਨ ਹਸਨ ਤੇ ਹੁਸੈਨ। ਕਰਬਲਾ ਦੇ ਮੈਦਾਨ ਦੇ ਅੰਦਰ ਮੁਸਲਮਾਨਾਂ ਦਾ ਧਾਰਮਿਕ ਯੁੱਧ ਹੋਇਆ, ਜਿਸ ਦੇ ਵਿੱਚ ਹੁਸੈਨ ਸ਼ਹੀਦ ਹੋ ਗਿਆ। ਉਸ ਤੋਂ ਬਾਅਦ ਬੀਬੀ ਫਾਤਮਾ ਨੇ ਆਪਣੇ ਪਤੀ ਤੇ ਪਿਆਰੇ ਪੁੱਤਰ ਦੀ ਯਾਦ ਦੇ ਵਿੱਚ ਇਹ ਸ਼ਸਤਰ ਮੱਕੇ ਵਿਖੇ ਭੇਟ ਕੀਤਾ। ਸਮਾਂ ਪਾ ਕੇ ਔਰੰਗਜ਼ੇਬ ਮੱਕੇ ਦੀ ਜ਼ਿਆਰਤ ਕਰਨ ਲਈ ਗਿਆ। ਉੱਥੋਂ ਦੇ ਖਲੀਫਿਆਂ ਨੇ ਇਹ ਜਾਣ ਕੇ ਕਿ ਇਸਲਾਮ ਧਰਮ ਦੇ ਅੰਦਰ ਔਰੰਗਜ਼ੇਬ ਨੇ ਬਹੁਤ ਜ਼ਿਆਦਾ ਵਾਧਾ ਕੀਤਾ ਹੈ, ਬੜੇ ਹਿੰਦੂਆਂ ਨੂੰ ਮੁਸਲਮਾਨ ਬਣਾਇਆ, ਇਹ ਸ਼ਸਤਰ ਸਿਰੋਪਾਉ ਦੇ ਤੌਰ ਤੇ ਔਰੰਗਜ਼ੇਬ ਨੂੰ ਭੇਟ ਕੀਤਾ। ਔਰੰਗਜ਼ੇਬ ਨੇ ਆਪਣੇ ਤੋਸ਼ੇਖਾਨੇ ਵਿਖੇ ਲਿਆ ਕੇ ਰੱਖਿਆ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਇਹਦੇ ਪੁੱਤਰਾਂ ਦੇ ਵਿਚਕਾਰ ਤਖਤ ਪਿੱਛੇ ਝਗੜਾ ਹੋਇਆ। ਤਾਰਾ ਆਜ਼ਮ ਨੇ ਮੌਜ਼ਮ ਨੂੰ ਮਾਰ ਭਜਾਇਆ। ਮੌਜ਼ਮ ਸਾਰੇ ਹੀਲੇ ਵਸੀਲੇ ਤਿਆਗ ਕੇ ਭਾਈ ਨੰਦ ਲਾਲ ਦੀ ਰਾਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ। ਕਲਗੀਧਰ ਪਿਤਾ ਜੀ ਦੇ ਕੋਲੋਂ ਮਦਦ ਮੰਗੀ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨੂੰ ਕੁਝ ਸ਼ਰਤਾਂ ਬਣਾਈਆਂ, ਇਹਨੇ ਸ਼ਰਤਾਂ ਪ੍ਰਵਾਨ ਕੀਤੀਆਂ। ਸਤਿਗੁਰਾਂ ਨੇ ਕਿਹਾ ਜਾ ਤੂੰ ਜੰਗ ਛੇੜ, ਅਸੀਂ ਤੇਰੀ ਮਦਦ ਦੇ ਲਈ ਆ ਰਹੇ ਹਾਂ। ਉਸ ਸਮੇਂ ਭਾਈ ਦਇਆ ਸਿੰਘ ਦੀ ਕਮਾਂਡ ਦੇ ਹੇਠ 500 ਸਿੰਘਾਂ ਦਾ ਜਥਾ ਭੇਜਿਆ। ਜਾਜੂ ਦੇ ਮੈਦਾਨ ਧੌਲਪੁਰ ਦੀਆਂ ਪਹਾੜੀਆਂ ਦੇ ਵਿਚਕਾਰ ਚੰਬਲ ਨਦੀ ਦੇ ਕਿਨਾਰੇ ਆਗਰੇ ਤੋਂ ਪਰਲੇ ਪਾਸੇ ਦੋਨਾਂ ਭਰਾਵਾਂ ਦੇ ਵਿਚਕਾਰ ਘਮਸਾਣ ਯੁੱਧ ਹੋਇਆ, ਜਿਸ ਦੇ ਵਿੱਚ ਤਾਰਾ ਆਜ਼ਮ ਮਾਰਿਆ ਗਿਆ। ਮੌਜ਼ਮ ਨੂੰ ਫਤਿਹ ਪ੍ਰਾਪਤ ਹੋਈ। ਮੌਜ਼ਮ ਜਿੱਤ ਦੇ ਡਾਂਕੇ ਵਜਾਉਂਦਾ ਹੋਇਆ ਆਗਰੇ ਦੇ ਕਿਲੇ ਦੇ ਵਿੱਚ ਪਹੁੰਚਿਆ। ਇੱਥੇ ਆ ਕੇ ਇਸ ਨੇ ਆਪਣਾ ਨਾਮ ਬਦਲ ਕੇ ਬਹਾਦਰ ਸ਼ਾਹ ਰੱਖਿਆ। ਜਿੱਤ ਦੀ ਖੁਸ਼ੀ ਦੇ ਅੰਦਰ ਆਗਰੇ ਦੇ ਕਿਲੇ ਦੇ ਵਿੱਚ ਜਸ਼ਨ ਮਨਾਇਆ। ਬਹੁਤ ਸਾਰੇ ਮਿੱਤਰ ਹਤੈਸੀਆਂ ਨੂੰ ਬੁਲਾਇਆ। ਉਹ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੀ ਬੇਨਤੀ ਕੀਤੀ। ਗਰੀਬ ਨਵਾਜ਼ ਸਾਹਿਬ ਜੀ ਘੋੜੇ ਦੇ ਉੱਪਰ ਸਵਾਰ ਹੋ ਆਗਰੇ ਦੇ ਕਿਲੇ ਦੇ ਵਿੱਚ ਪਹੁੰਚੇ। ਬਹਾਦਰ ਸ਼ਾਹ ਨੇ ਸਤਿਗੁਰਾਂ ਦਾ ਨਿੱਘਾ ਸਵਾਗਤ ਕੀਤਾ। ਬਹੁਤ ਸਾਰੀਆਂ ਭੇਟਾਵਾਂ, ਹੀਰੇ ਜਵਾਹਰਾਤ ਗੁਰੂ ਚਰਨਾਂ ਵਿੱਚ ਅਰਪਣ ਕੀਤੇ। ਉੱਥੇ ਇਹ ਸ਼ਸਤਰ ਵੀ ਗੁਰੂ ਚਰਨਾਂ ਵਿੱਚ ਭੇਟ ਕੀਤਾ। ਨਾਲ ਬੇਨਤੀ ਕੀਤੀ, ਗਰੀਬ ਨਵਾਜ਼ ਸਾਹਿਬ ਜੀਓ, ਆਪ ਜੀ ਨੇ ਮੇਰੇ ਉੱਪਰ ਬੜੀ ਬਖਸ਼ਿਸ਼ ਕੀਤੀ ਹੈ, ਮੈਨੂੰ ਖੁਸ਼ਿਆ ਹੋਇਆ ਰਾਜ ਵਾਪਸ ਦਿਵਾਇਆ। ਆਪ ਹਿੰਦੁਸਤਾਨ ਦੇ ਮਹਾਨ ਪੀਰਾਂ ਦੇ ਪੀਰੋ, ਇਹ ਸ਼ਸਤਰ ਆਪ ਜੀ ਨੂੰ ਸ਼ੋਭਾ ਪਾਉਂਦਾ ਹੈ, ਆਪ ਜੀ ਪ੍ਰਵਾਨ ਕਰੋ। ਸਤਿਗੁਰਾਂ ਨੇ ਕਬੂਲ ਫਰਮਾਇਆ। ਤਦੋਂ ਤੋਂ ਇਹ ਸ਼ਸਤਰ ਗੁਰੂ ਘਰ ਵਿੱਚ ਸ਼ੋਭਾ ਪਾ ਰਿਹਾ। ਨਾਮ ਹੈ ਇਸ ਦਾ ਸੈਫ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਖਾਲਸਾ ਜੀ ਉਹ ਜਿਨ੍ਹਾਂ 6 ਸ਼ਾਸਤਰਾਂ ਦੇ ਆਪ ਜੀ ਨੇ ਦਰਸ਼ਨ ਦੀਦਾਰੇ ਕੀਤੇ ਨੇ, ਭਾਈ ਗੁਰਬਖਸ਼ ਸਿੰਘ ਜੀ ਉਹਨਾਂ 6 ਸ਼ਾਸਤਰਾਂ ਨੂੰ ਹਜ਼ੂਰ ਸਾਹਿਬ ਤੋਂ ਇੱਥੇ ਲੈ ਕੇ ਆਏ ਸਨ। ਹੁਣ ਜੋ ਆਪ ਜੀ 6 ਸ਼ਾਸਤਰਾਂ ਦੇ ਦਰਸ਼ਨ ਦੀਦਾਰੇ ਕਰੋਗੇ, 1 ਜਨਵਰੀ 1966 ਨੂੰ ਹਿੰਦ ਪਾਕ ਦੀ ਜੰਗ ਸਮੇਂ ਇੰਗਲੈਂਡ ਤੋਂ ਇਹ ਸ਼ਾਸਤਰ ਭਾਰਤ ਵਾਪਸ ਲਿਆਂਦੇ ਗਏ ਨੇ। ਇਹਨਾਂ ਸ਼ਾਸਤਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਬੜੀਆਂ ਖੋਜਾਂ ਪਰਖਾਂ ਦੇ ਨਾਲ ਸਿੰਘ ਸਰਦਾਰਾਂ ਦੇ ਕੋਲੋਂ ਪ੍ਰਾਪਤ ਕਰ ਆਪਣੇ ਤੋਸ਼ੇਖਾਨੇ ਲਾਹੌਰ ਵਿਖੇ ਸੰਭਾਲ ਕੇ ਰੱਖੇ ਹੋਏ ਸਨ। ਡੋਗਰਿਆਂ ਦੀ ਕੁਟਲਨੀਤੀ ਦੇ ਨਾਲ ਸਿੱਖ ਰਾਜ ਦਾ ਖਾਤਮਾ ਹੋਇਆ। ਅੰਗਰੇਜ਼ ਰਾਜ ਆਇਆ। ਇੱਥੇ ਲਾਰਡ ਲਹੌਜ਼ੀ ਗਵਰਨਰ ਬਣ ਕੇ ਆਇਆ। 8 ਸਾਲ ਗਵਰਨਰੀ ਕੀਤੀ। ਜਾਂਦਾ ਹੋਇਆ ਈਸਟ ਇੰਡੀਆ ਕੰਪਨੀ ਦੀ ਇਜਾਜ਼ਤ ਦੇ ਨਾਲ ਇਹਨਾਂ ਸ਼ਾਸਤਰਾਂ ਨੂੰ ਆਪਣੇ ਵਤਨ ਇੰਗਲੈਂਡ ਲੈ ਗਿਆ ਸੀ। ਸਮਾਂ ਪਾ ਕੇ ਇਹਨਾਂ ਸ਼ਾਸਤਰਾਂ ਦੀ ਖੋਜ ਕੀਤੀ ਗਈ। ਲਾਰਡ ਲਹੌਜ਼ੀ ਦੀ ਪੜਪੋਤੀ ਬੀਬੀ ਲੇਡੀ ਲੇਜ਼ੇ ਦੇ ਕੋਲੋਂ ਇਹਨਾਂ ਸ਼ਾਸਤਰਾਂ ਨੂੰ ਪ੍ਰਾਪਤ ਕਰ ਭਾਰਤ ਪਹੁੰਚਾਇਆ ਗਿਆ। ਉਸ ਸਮੇਂ ਦੇ ਪ੍ਰਧਾਨ ਮੰਤਰੀ ਸਨ ਲਾਲ ਬਹਾਦਰ ਸ਼ਾਸਤਰੀ। ਇੱਥੋਂ ਦੇ ਰਾਸ਼ਟਰਪਤੀ ਸਨ ਜ਼ਾਕਿਰ ਹੁਸੈਨ। ਇਹਨਾਂ ਨੇ ਪੂਰੇ ਮੰਤਰੀ ਮੰਡਲ ਦੇ ਨਾਲ ਦਿੱਲੀ ਦੇ ਪਾਲਮ ਹਵਾਈ ਅੱਡੇ ਉੱਪਰ ਇਹਨਾਂ ਸ਼ਾਸਤਰਾਂ ਦਾ ਨਿੱਘਾ ਸਵਾਗਤ ਕੀਤਾ। ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਹਨਾਂ ਸ਼ਾਸਤਰਾਂ ਦੇ ਸਾਰੇ ਭਾਰਤ ਵਰਸ਼ ਦੇ ਵਿੱਚ ਦਰਸ਼ਨ ਕਰਵਾਏ। ਬਾਅਦ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਪੁਰਦ ਕੀਤੇ ਗਏ। ਜਦੋਂ ਇਹ ਸ਼ਾਸਤਰ ਇੱਥੇ ਤਖਤ ਸਾਹਿਬ ਤੇ ਪਹੁੰਚੇ, ਉਸ ਸਮੇਂ ਇੱਥੋਂ ਦੇ ਸਿੰਘ ਸਾਹਿਬਾਨ ਜਥੇਦਾਰ ਸਨ ਗਿਆਨੀ ਸ਼ਰਮ ਸਿੰਘ ਜੀ, ਜੋ ਕਿ ਬੜੇ ਵਿਦਵਾਨ ਸਨ ਤੇ ਮਹਾਨ ਕਵੀ ਵੀ ਸਨ। ਇਹਨਾਂ ਸ਼ਾਸਤਰਾਂ ਦੇ ਬਾਬਤ ਉਹਨਾਂ ਨੇ ਇੱਕ ਕਵਿਤਾ ਲਿਖੀ। ਉਂਝ ਤਾਂ ਦੁਨੀਆ ਦੇ ਵਿੱਚ ਬਥੇਰੇ ਨੇ ਸ਼ਾਸਤਰ, ਇਹਨਾਂ 'ਚ ਵਾਧਾ ਹੈ ਕਿ ਤੇਰੇ ਨੇ ਸ਼ਾਸਤਰ। ਇਹਨਾਂ ਸ਼ਾਸਤਰਾਂ ਤੇ ਹੱਕ ਹੈ ਸਾਰਿਆਂ ਦਾ, ਇਕੱਲੇ ਮੇਰੇ ਨਾ ਤੇਰੇ ਨੇ ਸ਼ਾਸਤਰ। ਇਹ ਸ਼ਾਸਤਰ ਨੇ ਨਸਤਰ ਗੁਰੂ ਵੈਦ ਦੇ, ਰੋਗੀ ਦਾ ਮਿੱਤਰ ਭਲੇਰੇ ਨੇ ਸ਼ਾਸਤਰ। ਇਹ ਸ਼ਾਸਤਰ ਨੇ ਕਿਸੇ ਆਦਰਸ਼ ਦਾ ਲਖਾਇਕ, ਧਰਮ ਦੀ ਧੁਜਾ ਦੇ ਪ੍ਰੇਰੇ ਨੇ ਸ਼ਾਸਤਰ। ਇਹਨਾਂ ਸ਼ਾਸਤਰਾਂ ਨੇ ਸ਼ਰਮ ਰੱਖੀ ਵਤਨ ਦੀ, ਤਾਈਓ ਪੂਜਦਾ ਵਤਨ ਅੱਜ ਤੇਰੇ ਨੇ ਸ਼ਾਸਤਰ। ਉਹਨਾਂ ਸ਼ਾਸਤਰਾਂ ਦੇ ਵਿੱਚੋਂ ਇਹ 2 ਸ਼ਾਸਤਰ ਨੇ ਜੋ ਭਾਈ ਸਾਹਿਬ ਜੀ ਦੇ ਸੱਜੇ ਹੱਥ ਦੇ ਵਿੱਚ ਪਕੜਿਆ ਸ਼ਾਸਤਰ ਹੈ। ਇਸ ਦਾ ਨਾਮ ਹੈ ਸ਼ਮਸ਼ੀਰੇ ਤੇਗ,
ਜੋ ਦੁਸ਼ਮਣਾਂ ਨੇ ਤਨ ਦੇ ਉੱਪਰ ਜਾਲੀਦਾਰ ਲੋਹੇ ਦੇ ਕੋਟ ਪਹਿਨੇ ਹੁੰਦੇ ਸਨ, ਉਹਨਾਂ ਨੂੰ ਕੱਟਣ ਦੇ ਕੰਮ ਆਇਆ ਕਰਦਾ ਸੀ। ਦੂਸਰੇ ਸ਼ਸਤਰ ਦਾ ਨਾਮ ਹੈ ਦਾਹੇ ਐਨੀ, ਜੋ ਦੁਸ਼ਮਣਾਂ ਨੇ ਸਿਰ ਦੇ ਉੱਪਰ ਲੋਹੇ ਦੇ ਟੋਪ ਪਹਿਨੇ ਹੁੰਦੇ ਸਨ, ਉਹਨਾਂ ਨੂੰ ਕੱਟਣ ਦੇ ਕੰਮ ਆਇਆ ਕਰਦਾ ਸੀ। ਇਹ ਦੋਨੋਂ ਸ਼ਸਤਰ ਕਲਗੀਧਰ ਪਿਤਾ ਜੀ ਦੇ ਕਮਰ ਕਸੇ ਦੇ ਨੇ। ਇੰਗਲੈਂਡ ਤੋਂ ਵਾਪਸ ਲਿਆਂਦੇ ਗਏ ਨੇ ਸ਼ਮਸ਼ੀਰੇ ਤੇਗ ਅਤੇ ਦਾਹੇ ਐਨੀ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਖਾਲਸਾ ਜੀਓ, ਇਹ ਜੋ ਭਾਈ ਸਾਹਿਬ ਜੀ ਦੇ ਸੱਜੇ ਹੱਥ ਦੇ ਵਿੱਚ ਪਕੜਿਆ ਹੋਇਆ ਸ਼ਸਤਰ ਹੈ ਸੁਨਹਿਰੀ ਚੱਕਰ, ਜੋ ਕਿਸੇ ਗੁਰਮੁਖ ਪਿਆਰੇ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਸੁਨਹਿਰੀ ਬਣਾ 22 ਜਪਜੀ ਸਾਹਿਬ ਦੀਆਂ ਪੌੜੀਆਂ ਗੁਰਮੁਖੀ ਅੱਖਰਾਂ ਵਿੱਚ ਲਿਖ ਕਰਕੇ ਸਤਿਗੁਰਾਂ ਨੂੰ ਭੇਟ ਕੀਤੀ। ਗਰੀਬ ਨਵਾਜ਼ ਸਾਹਿਬ ਜੀ ਨੇ ਗੁਰਬਾਣੀ ਦਾ ਸਤਿਕਾਰ ਕਰਦਿਆਂ ਇਸ ਚੱਕਰ ਨੂੰ ਕਾਫੀ ਸਮਾਂ ਆਪਣੇ ਦਸਤਾਰ ਦੇ ਵਿੱਚ ਸਜਾ ਕੇ ਰੱਖਿਆ, ਜੋ ਕਿ ਸਾਡੇ ਲਈ ਇੱਕ ਪ੍ਰੇਰਨਾ ਸਰੋਤ ਹੈ ਕਿ ਗੁਰਸਿੱਖਾ ਗੁਰਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਹੈ। ਸਤਵੇਂ ਪਾਤਸ਼ਾਹ ਸਾਹਿਬ ਗੁਰੂ ਹਰਿ ਸਿੰਘ ਮਹਾਰਾਜ ਜੀ ਨੇ ਤਾਂ ਇੱਥੋਂ ਤੱਕ ਬਚਨ ਕਰ ਦਿੱਤੇ ਨੇ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਹੜੇ ਗੁਰਬਾਣੀ ਦਾ ਸਤਿਕਾਰ ਨਹੀਂ ਕਰਦੇ ਉਹ ਸਾਡੇ ਸਿੱਖ ਵੀ ਨਹੀਂ ਹਨ। ਖਾਲਸਾ ਜੀ ਸਤਿਗੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਗੁਰਬਾਣੀ ਦਾ ਸਤਿਕਾਰ ਕੀਤਾ ਤੇ ਸਾਨੂੰ ਸਤਿਕਾਰ ਕਰਨ ਦੀ ਜਾਚ ਸਿਖਾਈ। ਇਹ ਸ਼ਸਤਰ ਨੂੰ ਗਰੀਬ ਨਵਾਜ਼ ਸਾਹਿਬ ਜੀ ਨੇ ਲੰਬੇਰਾ ਸਮਾਂ ਆਪਣੇ ਦਸਤਾਰ ਦੇ ਵਿੱਚ ਸਜਾ ਕਰਕੇ ਰੱਖਿਆ। ਦੂਸਰੇ ਸ਼ਸਤਰ ਦਾ ਨਾਮ ਹੈ ਢਾਲ। ਇਹ ਗੈਂਡੇ ਦੇ ਖੱਲ ਦੀ ਬਣੀ ਹੋਈ ਮਜ਼ਬੂਤ ਢਾਲ ਹੈ। ਤਕਰੀਬਨ 350 ਸਾਲ ਤੋਂ ਵੱਧ ਸਮਾਂ ਇਸ ਨੂੰ ਬਣੀ ਨੂੰ ਹੋ ਗਿਆ। ਇਸ ਦੇ ਵਿੱਚ ਇਹ ਖਾਸੀਅਤ ਸੀ ਕਿ ਉਸ ਸਮੇਂ ਦਾ ਕੋਈ ਵੀ ਸ਼ਸਤਰ ਇਹਦੇ ਆਰ ਪਾਰ ਨਹੀਂ ਸੀ ਹੋ ਸਕਦਾ। ਇਹ ਵੀ ਦੋ ਸ਼ਸਤਰ ਇੰਗਲੈਂਡ ਤੋਂ ਵਾਪਸ ਲਿਆਂਦੇ ਗਏ ਨੇ, ਤਖਤ ਸਾਹਿਬ ਵਿਖੇ ਸ਼ੋਭਾ ਪਾ ਰਹੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਖਾਲਸਾ ਜੀਓ, ਇਹ ਵੀ ਦੋ ਸ਼ਸਤਰ ਇੰਗਲੈਂਡ ਤੋਂ ਵਾਪਸ ਲਿਆਂਦੇ ਗਏ ਨੇ। ਸੱਜੇ ਹੱਥ ਦੇ ਵਿੱਚ ਆ ਵੱਡਾ ਭਾਰੀ ਵਰਸਾ, ਜੋ ਵਜਨ ਦੇ ਵਿੱਚ ਕਾਫੀ ਭਾਰੀ ਹੈ। ਹਾਥੀ ਜਾਂ ਘੋੜੇ ਦੇ ਉੱਪਰ ਸਵਾਰ ਹੋ ਕੇ ਖੂਨਖਾਰ ਜਾਨਵਰਾਂ ਦਾ ਸੰਘਾਰ ਤੇ ਉਧਾਰ ਕੀਤਾ ਜਾਂਦਾ ਸੀ। ਖੱਬੇ ਹੱਥ ਵਿੱਚ ਆ ਛੋਟੀ ਵਰਸੀ, ਜੋ ਹੱਥੋਂ ਛੱਡ ਕੇ ਵੀ ਚਲਾਈ ਜਾਂਦੀ ਸੀ। ਇਹ ਵੀ ਦੋ ਸ਼ਸਤਰ ਇੰਗਲੈਂਡ ਤੋਂ ਵਾਪਸ ਲਿਆਂਦੇ ਗਏ ਨੇ, ਤਖਤ ਸਾਹਿਬ ਵਿਖੇ ਸ਼ੋਭਾ ਪਾ ਰਹੇ ਨੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਖਾਲਸਾ ਜੀਓ, ਇਹ ਸ਼ਾਸਤਰ ਦਾ ਨਾਮ ਹੈ ਤੇਗਾ। ਜਿਨ੍ਹਾਂ ਸ਼ਾਸਤਰਾਂ ਦੇ ਹੁਣ ਆਪ ਜੀ ਦਰਸ਼ਨ ਦੀਦਾਰੇ ਕਰੋਗੇ, ਇਹਨਾਂ ਸ਼ਾਸਤਰਾਂ ਨੂੰ ਮਹਾਰਾਜਾ ਹਨੂਮੰਤ ਸਿੰਘ ਜੀ ਨਾਭਾ ਬੰਸੀ ਪਾਸੋਂ ਪੰਜਾਬ ਸਰਕਾਰ ਨੇ ਕੋਰਟ ਦੇ ਰਾਹੀਂ ਪ੍ਰਾਪਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ 6 ਮਈ 2015 ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ 9ਵੀਂ ਪਟਿਆਲੇ ਤੋਂ ਇਹਨਾਂ ਸ਼ਾਸਤਰਾਂ ਦੀ ਯਾਤਰਾ ਆਰੰਭ ਕੀਤੀ ਗਈ। ਸਮੁੱਚੇ ਪੰਜਾਬ ਦੇ ਵਿੱਚ ਇਹਨਾਂ ਸ਼ਾਸਤਰਾਂ ਦੇ ਦਰਸ਼ਨ ਕਰਵਾਏ ਗਏ। ਸ੍ਰੀ ਅਨੰਦਪੁਰ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਦੇ ਸਮੇਂ ਤੇ 18 ਜੂਨ 2015 ਨੂੰ ਇਹ ਸ਼ਾਸਤਰ ਇੱਥੇ ਤਖਤ ਸਾਹਿਬ ਤੇ ਪਹੁੰਚੇ। ਉਹਨਾਂ ਸ਼ਾਸਤਰਾਂ ਦੇ ਵਿੱਚੋਂ ਪਾਵਨ ਸ਼ਾਸਤਰ ਹੈ, ਇਸ ਦਾ ਨਾਮ ਹੈ ਤੇਗਾ। ਇਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗਾਤਰੇ ਦਾ ਤੇਗਾ ਹੈ। ਖਾਲਸਾ ਜੀ, ਉਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਲਾਹੌਰ ਦੀ ਧਰਤੀ ਤੇ ਕਿਲੇ ਦੀ 4 ਦੀਵਾਰੀ ਦੇ ਅੰਦਰ ਨਜ਼ਰਬੰਦ ਨੇ, ਉਸ ਸਮੇਂ ਦੁਸ਼ਮਣਾਂ ਨੇ ਕਿਹਾ ਤੁਸੀਂ ਬੜਾ ਸੱਚ ਦਾ ਆਵਾਜ਼ਾਂ ਦੇ ਰਹੇ ਸੀ, ਅੱਜ ਤੁਹਾਡੀ ਇਹ ਸੱਚ ਦੀ ਆਵਾਜ਼ ਆ ਕਿਲੇ ਦੀ 4 ਦੀਵਾਰੀ ਦੇ ਅੰਦਰ ਖਾਮੋਸ਼ ਹੁੰਦੀ ਜਾ ਰਹੀ ਹੈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਮੇਂ ਕੜਕਵੀਂ ਆਵਾਜ਼ ਦੇ ਵਿੱਚ ਵਚਨ ਕੀਤੇ ਸਨ, मेरी सदा को दबाना तो मुमकिन है, मगर बदलते वक्त की रफ्तार कौन रोकेगा। वसीले आत सो आहन बहुत बुलंद सही, मगर हयात की ललकार कौन रोकेगा। मेरे ख्यालों की परवाज को रोकने वालों, मेरे हरगोबिंद की तलवार कौन रोकेगा। खालसा जीओ, उस समय ही लाहौर की धरती ते साहिब गुरु अर्जन देव महाराज जी ने ये वचन कीते सन, थोड़े दिनों के अंदर ही फुल इस दे खिलर जाणगे इउं सारे संसार अंदर। कोई चांदनी चौंक नूं भाग लासी, चढ़ के देश दे दर्द प्यार अंदर। महक उठेगी चमकौर दी जू सारी, टुटे जदों दे दो रुत बहार अंदर। अध खिड़े ही तोड़ के टाणियां तो चिण देवेगा कोई दीवार अंदर। लागे खिजा दे इसने टुकना नहीं, लगी औड़ ते इसने सुकना नहीं, क्योंकि खून शहीदां दा मुकना नहीं। ये साहब श्री गुरु तेग, ये सतगुरु श्री गुरु हरगोबिंद साहब महाराज जी के गातरे का तेगा है, जिन्हों के बाबत भाई गुरदास जी ने यह वचन किए ने। 5 प्याले 5 पीर, छठम पीर बैठा गुर भारी। अर्जन काया पलट के मूरत हरगोबिंद सवारी। चली पीढ़ी सोडियां रूप दिखावन बारो बारी। दल भंजन गुर सूरमा, बड़ जोधा बहु परोपकारी। ये परोपकारी समर्थ सतगुरु साहब श्री गुरु हरगोबिंद साहब महाराज जी के गातरे का तेगा है। इसकी लंबाई 46 इंच है। सतगुरां ने इस तेगे नूं
ਔਰ ਜੰਗਾਂ ਯੁੱਧਾਂ ਦੇ ਵਿੱਚ ਪਰਖਿਆ। ਸਤਿਗੁਰੂ ਜੀ ਨੇ 4 ਜੰਗ ਕੀਤੇ ਤੇ 4 ਜੰਗਾਂ ਦੇ ਅੰਦਰ ਹੀ ਇਸ ਤੇਗੇ ਦੀ ਵਰਤੋਂ ਕੀਤੀ ਤੇ ਫਤਿਹ ਪ੍ਰਾਪਤ ਕੀਤੀ। ਹੁਣ ਤਖਤ ਸਾਹਿਬ ਵਿਖੇ ਸ਼ੋਭਾ ਪਾ ਰਿਹਾ, ਨਾਮ ਇਸ ਦਾ ਤੇਗਾ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਖਾਲਸਾ ਜੀਓ, ਇਹ ਜੋ ਭਾਈ ਸਾਹਿਬ ਜੀ ਦੇ ਸੱਜੇ ਹੱਥ ਦੇ ਵਿੱਚ ਪਕੜੀ ਹੋਈ ਸ੍ਰੀ ਸਾਹਿਬ ਹੈ, ਇਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗਾਤਰੇ ਦੀ ਸ੍ਰੀ ਸਾਹਿਬ ਹੈ। ਖਾਲਸਾ ਜੀਓ, ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਰਤਾਰਪੁਰ ਦੀ ਜੰਗ ਦੇ ਅੰਦਰ ਤੇਗ ਦੇ ਜ਼ੋਹਰ ਵਿਖਾਏ। ਉਸ ਸਮੇਂ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤੇਗ ਦੇ ਜ਼ੋਹਰ ਵੇਖ ਕਰਕੇ ਉਹਨਾਂ ਦਾ ਨਾਮ ਤਿਆਗ ਮੱਲ ਤੋਂ ਤੇਗ ਬਹਾਦਰ ਰੱਖਿਆ। ਖਾਲਸਾ ਜੀ, ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਚਾਂਦਨੀ ਚੌਂਕ ਦੇ ਅੰਦਰ ਹਿੰਦੂ ਧਰਮ ਦੀ ਰੱਖਿਆ ਦੇ ਲਈ ਬਲੀਦਾਨ ਦੇਣ ਲੱਗੇ ਨੇ, ਉਸ ਸਮੇਂ ਦੁਸ਼ਮਣ ਸਤਿਗੁਰਾਂ ਨੂੰ ਤਿੱਖੀ ਤੇਗ ਕੱਢ ਕਰਕੇ ਡਰਾਉਣ ਧਮਕਾਉਣ ਲੱਗੇ, ਆਪਣੇ ਦੀਨ ਮਜ਼ਹਬ ਦੇ ਵਿੱਚ ਲਿਆਉਣ ਦੇ ਲਈ ਬੜੇ ਯਤਨ ਕੀਤੇ। ਸਤਿਗੁਰੂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਸਮੇਂ ਕੜਕਵੀਂ ਆਵਾਜ਼ ਦੇ ਵਿੱਚ ਇਹ ਵਚਨ ਕੀਤੇ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, 1 2 ਨਹੀਂ ਪਰਖ ਲੈ 100 ਤੇਗਾਂ, ਮੈਨੂੰ ਲਕਵਾ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਉਹ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਪਿਤਾ ਦੀਆਂ ਪੈਨੀਆਂ 2 ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ, ਹੁਣ ਵੀ ਦੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲਹਿਗੀ ਤੇਰੀਆਂ ਖੋ ਤੇਗਾਂ। ਇਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗਾਤਰੇ ਦੀ ਤੇਗ ਹੈ। ਇਸ ਦੀ ਲੰਬਾਈ ਆ 36 ਇੰਚ। ਇਹਦੇ ਉੱਪਰ ਲਿਖਿਆ ਹੋਇਆ ਸਤਿ ਸ੍ਰੀ ਅਕਾਲ। ਗੁਰੂ ਤੇਗ ਬਹਾਦਰ ਸੰਮਤ 1713। ਖੱਬੇ ਹੱਥ ਦੇ ਵਿੱਚ ਜੋ ਸ੍ਰੀ ਸਾਹਿਬ ਹੈ, ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗਾਤਰੇ ਦੀ ਸ੍ਰੀ ਸਾਹਿਬ ਹੈ। ਖਾਲਸਾ ਜੀ, ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ 1705 ਦੇ ਵਿੱਚ ਸੁਭਾਇਮਾਨ ਨੇ। ਉਸ ਸਮੇਂ ਫੂਲ ਵੰਸ਼ ਦੇ ਵਿੱਚੋਂ ਭਾਈ ਤਰਲੋਕਾ ਜੀ ਤੇ ਭਾਈ ਰਾਮਾ ਜੀ ਸਤਿਗੁਰਾਂ ਦੀ ਸੇਵਾ ਵਿੱਚ ਹਾਜ਼ਰ ਹੋਏ। ਇਹ ਉਹ ਮਰਜੀਵੜੇ ਗੁਰਸਿੱਖ ਨੇ ਜਿਨ੍ਹਾਂ ਨੇ ਚਮਕੌਰ ਗੜ੍ਹੀ ਦੇ ਅੰਦਰ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਹੈ। ਖਾਲਸਾ ਜੀਓ, ਕਲਗੀਧਰ ਪਿਤਾ ਦੀ ਚਰਨਾਂ ਦੇ ਵਿੱਚ ਹਾਜ਼ਰ ਹੋਏ ਸਾਹਿਬ ਜੀ ਕੋਲੋਂ ਇਹਨਾਂ ਨੇ ਅਮਰ ਦੀ ਦਾਤ ਪ੍ਰਾਪਤ ਕੀਤੀ, ਬੜੀ ਸੇਵਾ ਕੀਤੀ। ਕਲਗੀਧਰ ਪਿਤਾ ਜੀ ਨੇ ਇਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਇਹ ਸ੍ਰੀ ਸਾਹਿਬ ਭਾਈ ਤਰਲੋਕ ਸਿੰਘ ਜੀ ਨੂੰ ਬਖਸ਼ਿਸ਼ ਕੀਤੀ। ਇਹਦੇ ਉੱਪਰ ਲਿਖਿਆ ਹੋਇਆ ਹੈ, ਸ੍ਰੀ ਭਗਉਤੀ ਜੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ 10, ਦੂਸਰੀ ਤਰਫ ਪਾਤਸ਼ਾਹੀ 10 ਲਿਖਿਆ, ਕਬਜ਼ੇ ਦੇ ਉੱਪਰ ਅਕਾਲ ਸਹਾਇ ਲਿਖਿਆ। ਇਹ ਦੋਨੋਂ ਸ਼ਸਤਰ ਤਖਤ ਸਾਹਿਬ ਵਿਖੇ ਸ਼ੋਭਾ ਪਾ ਰਹੇ ਨੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਖਾਲਸਾ ਜੀਓ, ਇਹ ਜੋ ਭਾਈ ਸਾਹਿਬ ਜੀ ਦੇ ਸੱਜੇ ਹੱਥ ਦੇ ਵਿੱਚ ਪਕੜੀ ਹੋਈ ਸ੍ਰੀ ਸਾਹਿਬ ਹੈ, ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗਾਤਰੇ ਦੀ ਸ੍ਰੀ ਸਾਹਿਬ ਹੈ। ਇਹ ਸ੍ਰੀ ਸਾਹਿਬ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕੇ ਨਗਰ ਪਿੰਡ ਬਡਰੁੱਖਾਂ ਤੋਂ ਮਹਾਰਾਜਾ ਹੀਰਾ ਸਿੰਘ ਜੀ ਆਪਣੇ ਨਾਲ ਨਾਭੇ ਲੈ ਕੇ ਆਏ ਸਨ। ਇਹਦੇ ਉੱਪਰ ਲਿਖਿਆ ਹੈ, ਗੁਰੂ ਗੋਬਿੰਦ ਸਿੰਘ ਜੀ ਕੇ ਕਮਰ ਕੀ ਤਲਵਾਰ ਹੈਗੀ, ਵਧੇ ਤੇਗ ਤੇ ਜਾਂ ਦੇਗ ਤੇ। ਕਬਜੇ ਦੇ ਉੱਪਰ ਲਿਖਿਆ, ਗੁਰੂ ਨਾਨਕ ਸਰਬ ਸਿੱਖਾਂ ਨੂੰ ਸਹਾਏ। ਖੱਬੇ ਹੱਥ ਵਿੱਚ ਜੋ ਸ੍ਰੀ ਸਾਹਿਬ ਹੈ, ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗਾਤਰੇ ਦੀ ਸ੍ਰੀ ਸਾਹਿਬ ਹੈ। ਖਾਲਸਾ ਜੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਸਾਹਿਬ ਤੋਂ ਮਾਛੀਵਾੜੇ ਹੁੰਦੇ ਹੋਏ ਰਾਏਕੋਟ ਦੀ ਧਰਤੀ ਤੇ ਪਹੁੰਚੇ ਨੇ। ਰਾਏ ਕੱਲੇ ਨੇ ਸਤਿਗੁਰਾਂ ਦੀ ਅਥਾਹ ਸੇਵਾ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਰਾਏ ਕੱਲੇ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਇਹ ਸ੍ਰੀ ਸਾਹਿਬ ਰਾਏ ਕੱਲੇ ਨੂੰ ਬਖਸ਼ਿਸ਼ ਕੀਤੀ, ਜੋ ਬਾਅਦ ਵਿੱਚ ਸਮਾਂ ਪਾ ਕੇ ਮਲੇਰਕੋਟਲੇ ਨਵਾਬ ਦੇ ਜ਼ਰੀਏ ਮਹਾਰਾਜਾ ਜਸਵੰਤ ਸਿੰਘ ਜੀ ਨਾਭੇ ਵਾਲਿਆਂ ਨੂੰ ਪ੍ਰਾਪਤ ਹੋਈ। ਹੁਣ ਤਖਤ ਸਾਹਿਬ ਵਿਖੇ ਸ਼ੋਭਾ ਪਾ ਰਹੀ ਹੈ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਖਾਲਸਾ ਜੀਓ, ਇਹ ਸ਼ਾਸਤਰ ਦਾ ਨਾਮ ਹੈ ਭਾਲਾ। ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਿੱਜੀ ਸ਼ਾਸਤਰ ਹੈ। ਜੋ ਦੁਸ਼ਮਣ ਨਜ਼ਦੀਕ ਆ ਜਾਂਦੇ ਸਨ, ਉਸ ਸਮੇਂ ਸਤਿਗੁਰੂ ਜੀ ਇਸ ਤੇ ਵਰਤੋਂ ਕਰਿਆ ਕਰਦੇ ਸਨ ਤੇ ਦੁਸ਼ਮਣ ਨੂੰ ਪਾਰ ਬੁਲਾ ਦਿਆ ਕਰਦੇ ਸਨ। ਹੁਣ ਇਹ ਤਖਤ ਸਾਹਿਬ ਵਿਖੇ ਸ਼ੋਭਾ ਪਾ ਰਿਹਾ। ਇਸ ਦੀ ਲੰਬਾਈ ਆ 36 ਇੰਚ। ਖਾਲਸਾ ਜੀਓ, ਕੁਝ ਸ਼ਾਸਤਰ ਤੇ ਵਸਤਰ ਤਖਤ ਸਾਹਿਬ ਦੇ ਅੰਦਰ ਸ਼ੀਸ਼ੇ ਵਿੱਚ ਸੁਭਾਇਮਾਨ ਨੇ, ਜਿਨ੍ਹਾਂ ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਚਾਬਕ ਘੋੜਿਆਂ ਨੂੰ ਹੱਕਣ ਵਾਲਾ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 5 ਤੀਰ ਲੱਕੜੀ ਦੇ ਕਾਨੀ ਵਾਲੇ, ਇੱਕ ਲੋਹੇ ਦਾ ਤੀਰ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਛੋਟੀ ਸ੍ਰੀ ਸਾਹਿਬ ਜਿਸ ਦੀ ਲੰਬਾਈ 3.5 ਇੰਚ ਹੈ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੱਥ ਲਿਖਤ ਪੋਥੀ ਸਾਹਿਬ ਜਿਸ ਦੇ 300 ਪੰਨੇ ਨੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚੋਲਾ ਸਾਹਿਬ ਜੋ ਤਖਤ ਸ੍ਰੀ ਦਮਦਮਾ ਸਾਹਿਬ ਦੀ ਭਾਵਨ ਧਰਤੀ ਤੇ ਸਤਿਗੁਰਾਂ ਨੇ ਭਾਈ ਰਾਮ ਸਿੰਘ ਜੀ ਨੂੰ ਬਖਸ਼ਿਸ਼ ਕੀਤਾ ਸੀ, ਅਤੇ ਭੰਗਾਣੀ ਦੇ ਯੁੱਧ ਦੇ ਅੰਦਰ ਜੋ ਪੀਰ ਬੁੱਧੂ ਸ਼ਾਹ ਨੂੰ ਕੇਸਾਂ ਸਮੇਤ ਕੰਗਾ ਬਖਸ਼ਿਸ਼ ਕੀਤਾ ਹੈ, ਛੋਟੀ ਦਸਤਾਰ ਬਖਸ਼ਿਸ਼ ਕੀਤੀ ਸੀ। ਖਾਲਸਾ ਜੀਓ, ਇਹਨਾਂ ਸ਼ਸਤਰਾਂ ਤੇ ਵਸਤਰਾਂ ਦੇ ਦਰਸ਼ਨ ਦੀਦਾਰੇ, ਕੇਸਾਂ ਸਮੇਤ ਕੰਗੇ ਦੇ ਦਰਸ਼ਨ ਦੀਦਾਰੇ ਆਪ ਜੀ ਤਖਤ ਸਾਹਿਬ ਦੇ ਅੰਦਰ ਜੋ ਸ਼ੀਸ਼ੇ ਵਿੱਚ ਸੁਭਾਇਮਾਨ ਨੇ, ਸ਼ੀਸ਼ੇ ਦੇ ਰਾਹੀਂ ਉਹਨਾਂ ਦੇ ਦਰਸ਼ਨ ਦੀਦਾਰੇ ਕਰ ਸਕਦੇ ਹੋ। ਖਾਲਸਾ ਜੀਓ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ ਮਹੱਲੇ ਦੇ ਇਹਨਾਂ ਪਾਵਨ ਦਿਨਾਂ ਦੇ ਅੰਦਰ
ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ ਵੱਲੋਂ ਦਿਨ ਦੇ 12 ਵਜੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਅੰਮ੍ਰਿਤ ਛਕੀਏ। ਗੁਰੂ ਕਲਗੀਧਰ ਪਿਤਾ ਦੇ ਪੁੱਤਰ ਧੀਆਂ ਬਣੀਏ। ਸਤਿਗੁਰਾਂ ਦੇ ਵਚਨ ਨੇ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ, ਨਗੁਰੇ ਪਣੇ ਦੀ ਮੈਲ ਨੂੰ ਦੂਰ ਕਰੀਏ। ਕਲਗੀਧਰ ਪਿਤਾ ਦੇ ਪੁੱਤਰ ਧੀਆਂ ਬਣੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ। ਖਾਲਸਾ ਜੀਓ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਔਰ ਖਾਲਸਾ ਜੀਓ, ਹੁਣ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਆਪ ਸੰਗਤਾਂ ਨੂੰ ਜੋ ਅਮਰੀਕਾ ਵਾਲੇ ਤੇ ਪਹੁੰਚੇ ਨੇ ਗੁਰਬਾਣੀ ਕੀਰਤਨ ਦੇ ਨਾਲ ਜੋੜਨਗੇ। ਉਸ ਤੋਂ ਬਾਅਦ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਸੰਗਤਾਂ ਨੂੰ ਕਥਾ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਉਸ ਤੋਂ ਉਪਰੰਤ ਕਵੀ ਦਰਬਾਰ ਰਾਤਰੀ ਨੂੰ ਸਜਣਾ ਹੈ। ਔਰ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਹਨਾਂ ਸਾਰੇ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਰੁਸ਼ਨਾਉਣਾ, ਆਪਣੇ ਜੀਵਨ ਨੂੰ ਸੁਹੇਲਾ ਕਰਨਾ। ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਉਹਨਾਂ ਵੱਲੋਂ ਦਾਸ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ ਵੱਲੋਂ ਸਮੁੱਚੇ ਸਟਾਫ ਵੱਲੋਂ ਆਪ ਸਮੁੱਚੀਆਂ ਸੰਗਤਾਂ ਨੂੰ ਖਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।